ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਅੱਛੇ ਔਰ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਸਾਰਾ ਸਮਾਂ ਸੰਭਾਲਿਆ, ਮਦਦ ਕੀਤੀ, ਨਿਗਹਿਬਾਨੀ ਰਖਵਾਲੀ ਕੀਤੀ ਆ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤਾਂ ਆਈਏ ਪ੍ਰਭੂ ਦੀ ਜਿੰਦਾ ਬਾਣੀ ਅਸੀਂ ਸੁਣ ਲਈ ਜਾ ਰਹੇ ਹਾਂ। ਤਾਂ ਅੱਜ ਦੇ ਧਿਆਨ ਦੇ ਲਈ ਅਸੀਂ ਪੜ੍ਹ ਰਹੇ, ਜਿਸ ਤਰ੍ਹਾਂ ਤੁਸੀਂ ਆਪਣੇ ਮੋਬਾਈਲ ਸਕਰੀਨ 'ਤੇ ਅੱਜ ਦਾ ਵਿਸ਼ਾ ਦੇਖ ਰਹੇ ਹੋ ਕਿ ਆਪਣੇ ਆਪ ਨੂੰ ਜਾਂਚਣਾ ਜ਼ਰੂਰੀ ਆ ਕਿ ਹੁਣ ਇਸ ਮਸੀਹੀ ਸਫ਼ਰ 'ਚ ਚੱਲਦਿਆਂ ਮੇਰੇ ਜੀਵਨ ਦੇ ਵਿੱਚ ਕਿਸ ਗੱਲ ਦਾ ਘਾਟਾ ਰਹਿ ਗਿਆ। ਮਸੀਹੀ ਜੀਵਨ 'ਚ ਚੱਲਣਾ ਵੀ ਜ਼ਰੂਰੀ ਆ, ਮਸੀਹੀ ਜੀਵਨ 'ਚ ਅੱਗੇ ਵਧਣਾ ਵੀ ਜ਼ਰੂਰੀ ਆ, ਪਰ ਹਰ ਸਮੇਂ ਆਪਣੇ ਆਪ ਨੂੰ ਜਾਂਚਦੇ ਔਰ ਪਰਖਦੇ ਰਹਿਣਾ ਵੀ ਕੀ ਆ, ਜ਼ਰੂਰੀ ਆ। ਆਪਣੇ ਰਸਤੇ ਨੂੰ ਜਾਂਚਣਾ, ਆਪਣੇ ਮਾਰਗ ਨੂੰ ਜਾਂਚਣਾ ਔਰ ਆਪਣੇ ਜੀਵਨ ਨੂੰ ਜਾਂਚਣਾ ਸਭ ਤੋਂ ਵੱਡੀ ਲੋੜ ਹੈ। ਅੱਜ ਜੋ ਮਸੀਹਤ ਨੂੰ, ਜੇਕਰ ਮਸੀਹੀ ਨੂੰ ਜਾਂ ਕਿਸੇ ਵਿਸ਼ਵਾਸੀ ਨੂੰ ਸਭ ਤੋਂ ਵੱਧ ਕਿਸੇ ਚੀਜ਼ ਦੀ ਲੋੜ ਆ, ਉਹ ਆ ਆਪਣੇ ਆਪ ਨੂੰ ਲਗਾਤਾਰ ਜਾਂਚਦੇ ਰਹਿਣ ਦੀ। ਤਾਂ ਅੱਜ ਦਾ ਜੋ ਅਸੀਂ ਵਚਨ ਦੇਖਣ ਲਈ ਜਾ ਰਹੇ ਹਾਂ ਉਹ ਇਸੇ ਹੀ ਵਿਸ਼ੇ 'ਤੇ ਆਧਾਰਿਤ ਆ ਕਿ ਮੰਨ ਲਓ ਜੇਕਰ ਸਾਡੇ ਸਰੀਰ ਦੀ ਕੋਈ ਜਾਂਚ ਕਰਨੀ ਆ ਤਾਂ ਸਾਡੇ ਖੂਨ ਦੀ ਜਾਂਚ ਕੀਤੀ ਜਾਂਦੀ ਆ, ਐਕਸਰੇ ਕੀਤਾ ਜਾਂਦਾ ਜਾਂ MRI ਜਾਂ ਕੁਝ ਵੀ ਇਸ ਤਰ੍ਹਾਂ ਨਵੀਆਂ ਤਕਨੀਕਾਂ ਨੇ ਜਿਹਦੇ ਦੁਆਰਾ ਸਾਡੇ ਸਰੀਰ ਦੀ ਜਾਂਚ ਕੀਤੀ ਜਾਂਦੀ ਆ। ਪਰ ਸਾਡੇ ਮਨ ਦੀ ਜਾਂਚ ਕਰਨ ਦੇ ਲਈ ਕੋਈ ਵੀ ਐਸੀ ਜੰਤਰ ਜਾਂ ਕੋਈ ਐਸੀ ਚੀਜ਼ ਨਹੀਂ ਬਣੀ। ਪਰ ਜੇਕਰ ਸਾਡੇ ਮਨ ਦੀ ਜਾਂਚ ਕਰਾਉਣੀ ਆ ਜਾਂ ਸਾਡੇ ਮਨ ਦੀ ਜਾਂਚ ਕਰਨੀ ਆ ਤਾਂ ਪ੍ਰਭੂ ਯਿਸੂ ਮਸੀਹ ਤੋਂ ਵੱਡਾ ਕੋਈ ਵੀ ਨਹੀਂ। ਲਿਖਿਆ ਸਾਡੇ ਮਨ ਦੇ ਵਿਚਾਰਾਂ ਨੂੰ ਕੀ ਕਰਦਾ ਆ, ਜਾਂਚਦਾ ਆ। ਇਸ ਕਾਰਨ ਅੱਜ ਦਾ ਜੋ ਵਿਸ਼ਾ ਆ ਇਸੇ ਚੀਜ਼ 'ਤੇ ਆਧਾਰਿਤ ਆ ਕਿ ਅਸੀਂ ਲਗਾਤਾਰ ਆਪਣੇ ਆਤਮਿਕ ਜੀਵਨ ਦੀ ਜਾਂਚ ਕਰਦੇ ਰਹੀਏ ਕਿ ਮੇਰੇ ਆਤਮਿਕ ਜੀਵਨ 'ਚ ਕੋਈ ਘਾਟਾ ਤੇ ਨਹੀਂ। ਤਾਂ ਆਈਏ ਪੜ੍ਹਦੇ ਹਾਂ ਅੱਜ ਦੇ ਇਸ ਧਿਆਨ ਦੇ ਲਈ ਮਰਕਸ 10 ਬਾਬ ਉਹਦਾ 17 ਆਇਤ ਤੋਂ ਲੈ ਕੇ 22 ਆਇਤ ਤੱਕ। ਪਹਿਲਾਂ ਇਹਨਾਂ ਵਚਨਾਂ ਨੂੰ ਪੜ੍ਹ ਦਈਏ, ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਵਚਨਾਂ 'ਤੇ ਗੌਰ ਕਰਾਂਗੇ। ਮਰਕਸ 10 ਬਾਬ 17 ਤੋਂ ਲੈ ਕੇ 22 ਤੱਕ ਪੜ੍ਹੀਏ। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਲਿਖਿਆ ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜ ਆਇਆ ਹਾਂ, ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਨੂੰ ਪੁੱਛਿਆ। ਲਿਖਿਆ ਇੱਕ ਨੌਜਵਾਨ ਉਹਦੇ ਕੋਲ ਦੌੜ ਆਇਆ ਤੇ ਉਹਦੇ ਅੱਗੇ ਗੋਡੇ ਨਿਵਾ ਕੇ ਕੀ ਕਹਿੰਦਾ ਆ, ਹਾਂ, ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ। ਕਹਿੰਦਾ ਪ੍ਰਭੂ ਮੈਂ ਕੀ ਕਰਾਂ ਜੋ ਮੈਂ ਸਦੀਪਕ ਜੀਵਨ ਪਾ ਲਵਾਂ। ਹਾਂ, ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਸੱਤ ਕਿਉਂ ਕਹਿੰਦਾ ਹੈ? ਸੱਤ ਕੋਈ ਨਹੀਂ, ਨਿਰਾ ਇੱਕੋ ਪਰਮੇਸ਼ਰ। ਤੂੰ ਹੁਕਮਾਂ ਨੂੰ ਜਾਣਦਾ ਹੈ? ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਿਹਾ ਵੀ ਤੂੰ ਹੁਕਮਾਂ ਨੂੰ ਜਾਣਦਾ ਆ। ਹਾਂ, ਖੂਨ ਨਾ ਕਰ। ਕਹਿੰਦਾ ਹੁਕਮ ਕੀ ਨੇ? ਕਿ ਸਭ ਤੋਂ ਪਹਿਲਾ ਹੁਕਮ ਹੈ ਤੂੰ ਕੀ ਨਾ ਕਰ, ਖੂਨ ਨਾ ਕਰ। ਹਾਂ, ਜਨਾ ਨਾ ਕਰ। ਹਾਂ, ਚੋਰੀ ਨਾ ਕਰ। ਚੋਰੀ ਨਾ ਕਰ। ਝੂਠੀ ਗਵਾਹੀ ਨਾ ਦੇ। ਝੂਠੀ ਗਵਾਹੀ ਨਾ ਦੇ। ਠੱਗੀ ਨਾ ਕਰ। ਹਾਂ, ਅਤੇ ਆਪਣੇ ਮਾਂ ਪਿਓ ਦਾ ਆਦਰ ਕਰ। ਹਾਂ। ਉਸਨੇ ਉਹਨੂੰ ਕਿਹਾ, ਉਹਨੇ ਅੱਗੋਂ ਯਿਸੂ ਮਸੀਹ ਨੂੰ ਕੀ ਜਵਾਬ ਦਿੱਤਾ ਆ? ਹਾਂ, ਗੁਰੂ ਜੀ, ਮੈਂ ਆਪਣੇ ਬਾਲਕ ਪੁਣੇ ਤੋਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਕਹਿੰਦਾ ਪ੍ਰਭੂ ਮੈਂ ਬਚਪਨ ਤੋਂ ਹੀ ਇਹਨਾਂ ਸਭ ਚੀਜ਼ਾਂ ਦੀ ਪਾਲਣਾ ਕਰਦਾ ਆਇਆ, ਸਾਰੇ ਹੁਕਮਾਂ ਦੀ ਪਾਲਣਾ ਕਰਦਾ ਆਇਆ ਵਾਂ। ਹਾਂ, ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ। ਹਾਂ, ਅਤੇ ਉਹਨੂੰ ਆਖਿਆ, ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਤੇ ਉਹਨੂੰ ਆਖਿਆ, ਹਾਂ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਹੁਣ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇ। ਕਹਿੰਦਾ ਜਾ ਫਿਰ ਜੋ ਕੁਝ ਤੇਰਾ ਆ ਨਾ ਵੇਚ ਕੇ ਕੀ ਦੇ ਦੇ, ਕੰਗਾਲਾਂ ਨੂੰ ਦੇ ਦੇ। ਹਾਂ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ। ਤਾਂ ਤੈਨੂੰ ਸਵਰਗ ਵਿੱਚ ਕੀ ਮਿਲੇਗਾ? ਧਨ ਮਿਲੇਗਾ। ਹਾਂ, ਅਤੇ ਆ ਮੇਰੇ ਪਿੱਛੇ ਹੋ ਤੁਰ। ਤੇ ਫਿਰ ਮੇਰੇ ਪਿੱਛੇ ਕੀ ਕਰ? ਹੋ ਤੁਰ। ਇਸ ਵਚਨ ਨੂੰ ਅਸੀਂ ਵੇਖਿਆ, ਪੜਿਆ ਆ, ਔਰ ਹੁਣ ਅਸੀਂ ਇਸ ਵਚਨ ਚੋਂ ਸਿੱਖਣ ਲਈ ਜਾ ਰਹੇ ਹਾਂ ਕਿ ਇਸ ਵਚਨ ਦੇ ਦੁਆਰਾ ਪਰਮੇਸ਼ਰ ਅੱਜ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦੇ ਨੇ। ਤਾਂ ਆਈਏ ਉਸ ਨੌਜਵਾਨ ਦੇ ਬਾਰੇ ਅਸੀਂ ਥੋੜਾ ਜਿਹਾ ਦੇਖਦੇ ਹਾਂ ਕਿ ਉਸ ਨੌਜਵਾਨ ਨੇ ਚਾਹਿਆ ਕਿ ਮੈਂ ਸਭ ਕੁਝ ਸਹੀ ਕਰ ਰਿਹਾ ਹਾਂ, ਪਰ ਫਿਰ ਵੀ ਮੈਨੂੰ ਆਪਣੇ ਆਪ ਨੂੰ ਯਿਸੂ ਮਸੀਹ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰਨ ਦੀ ਜ਼ਰੂਰਤ ਹੈ ਕਿ ਪ੍ਰਭੂ ਮੈਨੂੰ ਜਾਂਚੇ, ਮੈਨੂੰ ਪਰਖੇ ਔਰ ਮੇਰੀ ਜੋ ਵੀ ਕਮੀ ਹੈ ਮੈਨੂੰ ਦੱਸੇ। ਅੱਜ ਜਦੋਂ ਅਸੀਂ ਕਿਸੇ ਵੀ ਆਰਾਧਨਾ ਸਭਾ 'ਚ ਜਾਂਦੇ ਹਾਂ ਜਾਂ ਕਿਸੇ ਮੀਟਿੰਗ 'ਚ ਜਾਂਦੇ ਹਾਂ ਜਾਂ ਬਾਈਬਲ ਕਲਾਸ 'ਚ ਜਾਂਦੇ ਹਾਂ ਤਾਂ ਪਰਮੇਸ਼ਰ ਦੇ ਸਾਹਮਣੇ ਅਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ। ਅਸੀਂ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਨੂੰ ਅਰਪਣ ਕਰਦੇ ਹਾਂ ਕਿ ਪ੍ਰਭੂ ਮੈਨੂੰ ਜਾਂਚ, ਮੈਨੂੰ ਪਰਖ, ਜੋ ਵੀ ਮੇਰੇ 'ਚ ਕਮੀ ਆ ਉਹ ਕੀ ਕਰ ਮੈਨੂੰ ਦੱਸ। ਤਾਂ ਹੀ ਤੇ ਇਸ ਪਰਮੇਸ਼ਰ ਦੇ ਵਚਨ ਨੂੰ ਇੱਕ ਸ਼ੀਸ਼ਾ ਜਾਂ ਆਇਨਾ ਵੀ ਕਿਹਾ ਗਿਆ ਆ।
ਇਹ ਸ਼ੀਸ਼ਾ ਕੀ ਕਰਦਾ? ਸਾਨੂੰ ਸਾਡੀ ਸ਼ਕਲ ਦੇ ਬਾਰੇ, ਸਾਨੂੰ ਸਾਡੀ ਮੁਸ਼ਕਲ ਦੇ ਬਾਰੇ, ਜੋ ਵੀ ਸਾਡੇ ਜੀਵਨ 'ਚ ਕਮੀਆਂ ਨੇ, ਜੋ ਵੀ ਸਾਡੇ ਜੀਵਨ 'ਚ ਮੁਸ਼ਕਲਾਂ ਨੇ, ਸਭ ਚੀਜ਼ਾਂ ਨੂੰ ਇਹ ਦੱਸਦਾ ਆ, ਤਾਂ ਕਿ ਅਸੀਂ ਉਹਨਾਂ ਚੀਜ਼ਾਂ ਤੇ ਗੌਰ ਕਰੀਏ ਔਰ ਗੌਰ ਕਰਕੇ ਉਹਨਾਂ ਚੀਜ਼ਾਂ ਨੂੰ ਅਸੀਂ ਠੀਕ ਕਰੀਏ। ਇਸੇ ਤਰ੍ਹਾਂ ਇਹ ਇਨਸਾਨ ਵੀ ਆਇਆ। ਪੜ੍ਹੀਏ ਜਰਾ ਇਹਦਾ 17 ਵਚਨ ਦੁਬਾਰਾ ਪੜ੍ਹੀਏ। ਜਦੋਂ ਬਾਹਰ ਨਿਕਲ ਕੇ ਰਾਹ ਵਾਲੇ ਚਲਿਆ ਜਾਂਦਾ ਲਿਖਿਆ ਜਦੋਂ ਯਿਸੂ ਮਸੀਹ ਬਾਹਰ ਨਿਕਲ ਕੇ ਕਿਸੇ ਜਗ੍ਹਾ ਤੇ ਜਾ ਰਹੇ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ। ਲਿਖਿਆ ਇੱਕ ਜਣਾ ਉਹਦੇ ਕੋਲ ਕੀ ਕੀਤਾ? ਦੌੜਿਆ ਆਇਆ। ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਨੂੰ ਪੁੱਛਿਆ, ਉਹਦੇ ਅੱਗੇ ਗੋਡੇ ਨਵਾ ਕੇ ਉਹਨੂੰ ਪੁੱਛਿਆ, ਸਤਿਗੁਰੂ ਜੀ ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਕਹਿੰਦਾ ਪ੍ਰਭੂ ਜੀ ਮੈਨੂੰ ਦੱਸੋ ਮੈਂ ਕੀ ਕਰਾਂ ਤਾਂ ਕਿ ਮੈਂ ਸਦੀਪਕ ਜੀਵਨ ਦਾ ਕੀ ਹੋ ਜਾਵਾਂ? ਅਧਿਕਾਰੀ ਹੋ ਜਾਵਾਂ। तो सब तो पहले तो ਅਸੀਂ ਉਹਦੇ ਜੀਵਨ ਦੇ ਬਾਰੇ ਦੇਖਦੇ ਹਾਂ ਕਿ ਉਹ ਇਨਸਾਨ ਸਹੀ ਰਸਤੇ ਤੇ ਆਇਆ। ਉਹਨੂੰ ਪਤਾ ਲੱਗਾ ਕਿ ਜੇਕਰ ਮੈਨੂੰ ਕੋਈ ਸਹੀ ਜੀਵਨ ਦੇ ਬਾਰੇ ਦੱਸ ਸਕਦਾ, ਅਨੰਤ ਕਾਲ ਦੇ ਜੀਵਨ 'ਚ ਪ੍ਰਵੇਸ਼ ਕਰਵਾ ਸਕਦਾ ਆ, ਤੇ ਉਹ ਆ ਪ੍ਰਭੂ ਯਿਸੂ ਮਸੀਹ। ਤਾਂ ਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਬਾਰੇ ਕਿਹਾ, ਰਾਹ, ਸਚਾਈ ਔਰ ਜੀਵਨ ਕੀ ਆ? ਮੈਂ ਆ। ਮੇਰੇ ਤੋਂ ਬਿਨਾ ਕੋਈ ਪ੍ਰਭੂ ਦੇ ਕੋਲ ਕੀ ਨਹੀਂ ਕਰ ਸਕਦਾ, ਪਹੁੰਚ ਨਹੀਂ ਸਕਦਾ। ਮੇਰੇ ਪਿਆਰਿਓ, ਸਭ ਤੋਂ ਪਹਿਲਾਂ ਅੱਜ ਸਾਨੂੰ ਜ਼ਰੂਰਤ ਆ ਆਪਣੇ ਰਾਹਾਂ ਨੂੰ ਪਹਿਚਾਨਣ ਦੀ। ਅਸੀਂ ਕਿਸ ਰਾਹ ਤੇ ਆ? ਦੁਨੀਆ ਨੂੰ ਜਦੋਂ ਤੁਸੀਂ ਵੇਖੋ, ਇਹ ਦੁਨੀਆ ਭਰੀ ਆ। ਹਰ ਕੋਈ ਮਸੀਹ ਦਾ ਨਾਮ ਲੈ ਰਿਹਾ, ਹਰ ਕੋਈ ਮਸੀਹ ਦੇ ਨਾਮ ਤੇ ਹੀ ਸਭ ਕੁਝ ਕਰ ਰਿਹਾ ਆ। ਪਰ ਪਰਮੇਸ਼ਰ ਦੇ ਵਚਨ 'ਚ ਯਸ਼ਾਇਆ 'ਚ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਉਸ ਦਿਨ ਇਉਂ ਹੋਵੇਗਾ ਕਿ 7 ਔਰਤਾਂ ਇੱਕ ਮਰਦ ਨੂੰ ਇਹ ਕਹਿ ਕੇ ਫੜਨਗੀਆਂ ਕਿ ਅਸੀਂ ਆਪਣਾ ਖਾਵਾਂਗੀਆਂ, ਅਸੀਂ ਆਪਣਾ ਪੀਵਾਂਗੀਆਂ, ਅਸੀਂ ਆਪਣਾ ਪਹਿਨਾਂਗੀਆਂ, ਸਿਰਫ ਤੇਰਾ ਨਾਮ ਚਾਹੀਦਾ, ਸਿਰਫ ਤੇਰੇ ਨਾਮ ਤੋਂ ਸਦਾਈਏ। ਗੌਰ ਨਾਲ ਸੁਣਨਾ ਇਸ ਚੀਜ਼ ਨੂੰ। ਉਹ ਸਮਾਂ ਅੱਜ ਆ ਚੁੱਕਾ ਆ। ਜਿਸ ਸਮੇਂ ਦੀ ਗੱਲ ਕੀਤੀ ਗਈ ਯਸ਼ਾਇਆ ਦੇ ਵਿੱਚ ਕਿ ਉਸ ਦਿਨ, ਉਹ ਆ ਸਮਾਂ ਆ। ਉਹ ਦਿਨ ਮਤਲਬ ਕਲੀਸਿਆ ਦੀ ਤਿਆਰੀ ਦਾ ਦਿਨ। ਉਹ ਦਿਨ ਜਿੱਦਣ ਪਰਮੇਸ਼ਰ ਦੀ ਅਸਲੀ ਦੁਲਹਨ ਇਸ ਧਰਤੀ ਤੇ ਤਿਆਰ ਹੁੰਦੀ ਹੋਵੇਗੀ। ਉਹਨਾਂ ਦਿਨਾਂ ਦੇ ਵਿੱਚ ਹੀ ਕੁਝ ਐਸੀਆਂ ਕਲੀਸਿਆਵਾਂ ਤਿਆਰ ਹੋਣਗੀਆਂ। ਉਹਨਾਂ ਦਿਨਾਂ ਦੇ ਵਿੱਚ ਕੁਝ ਐਸੀਆਂ ਕਲੀਸਿਆਵਾਂ ਆਉਣਗੀਆਂ ਜੋ ਸਿਰਫ, ਜਿਨ੍ਹਾਂ ਨੂੰ ਸਿਰਫ ਯਿਸੂ ਮਸੀਹ ਦਾ ਨਾਮ ਹੀ ਚਾਹੀਦਾ ਆ। ਜਿਨ੍ਹਾਂ ਨੂੰ ਕੀ ਚਾਹੀਦਾ? ਸਿਰਫ ਯਿਸੂ ਮਸੀਹ ਦਾ ਨਾਮ ਚਾਹੀਦਾ। ਉਹ ਖਾਣਾ ਆਪਣਾ, ਪਹਿਨਣਾ ਆਪਣਾ ਔਰ ਸਭ ਕੁਝ ਆਪਣਾ। ਕਹਿੰਦੀ ਆਪਣਾ ਖਾਵਾਂਗੀਆਂ, ਆਪਣਾ ਪੀਵਾਂਗੀਆਂ, ਤੇ ਆਪਣਾ ਕੀ ਕਰਾਂਗੀਆਂ? ਹੰਡਾਵਾਂਗੀਆਂ। ਸਿਰਫ ਤੇਰਾ ਕੀ ਚਾਹੀਦਾ? ਅੱਜ ਦੁਨੀਆ ਤੇ ਕਿੰਨੀਆਂ ਐਸੀਆਂ ਕਲੀਸਿਆਵਾਂ ਨੇ ਜਿਨ੍ਹਾਂ ਤੇ ਸਿਰਫ ਯਿਸੂ ਮਸੀਹ ਦਾ ਨਾਮ ਆ। ਯਿਸੂ ਮਸੀਹ ਦਾ ਵਚਨ ਨਹੀਂ ਪ੍ਰਚਾਰ ਹੋ ਰਿਹਾ, ਆਪਣੇ ਤਰੀਕੇ ਦਾ ਵਚਨ, ਯਿਸੂ ਦੀ ਮਰਜ਼ੀ ਪੂਰੀ ਕਰਨ ਵਾਲਾ ਵਚਨ ਨਹੀਂ, ਆਪਣੀਆਂ ਇੱਛਾ ਤੇ ਆਪਣੀਆਂ ਜ਼ਰੂਰਤਾਂ ਤੇ ਆਪਣੇ ਆਪ ਨੂੰ ਚੰਗਾ ਕਰਨ ਵਾਲਾ ਵਚਨ ਹੋ ਰਿਹਾ। ਉੱਥੇ ਯਿਸੂ ਮਸੀਹ ਨੂੰ ਪਾਉਣ ਵਾਲਾ ਜੀਵਨ ਨਹੀਂ ਬਣ ਰਿਹਾ। ਉੱਥੇ ਜੋ ਸਾਨੂੰ ਪਸੰਦ ਆ ਉਹ ਹੋ ਰਿਹਾ। ਔਰ ਆਤਮਾ ਵੀ ਆਪਣੇ ਤਰੀਕੇ ਦਾ, ਆਰਾਧਨਾ ਆਪਣੇ ਤਰੀਕੇ ਦੀ, ਜੋ ਸਵਰਗ ਦੀ ਆਰਾਧਨਾ, ਜਿਸ ਆਰਾਧਨਾ ਦੇ ਬਾਰੇ ਲਿਖਿਆ ਰੂਹ ਤੇ ਸੱਚਾਈ ਵਾਲੀ ਆਰਾਧਨਾ, ਉਹ ਵੀ ਆਰਾਧਨਾ ਨਹੀਂ ਹੋ ਰਹੀ। ਤਾਂ ਮੇਰੇ ਪਿਆਰਿਓ, ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹ ਲੱਭਣਾ ਪੈਣਾ ਆ ਕਿ ਯਿਸੂ ਮਸੀਹ ਦਾ ਰਸਤਾ ਕਿਹੜਾ ਆ। ਯਿਸੂ ਮਸੀਹ ਕਿਸ ਰਸਤੇ ਜਾ ਰਿਹਾ? ਇਹਦੇ ਬਾਰੇ ਜੱਕੀ ਦੀ ਜਦੋਂ ਸਟੋਰੀ ਪੜ੍ਹਦੇ ਹਾਂ ਅਸੀਂ, ਉੱਥੇ ਲਿਖਿਆ ਜੱਕੀ ਉਸ ਰਾਹ ਤੇ ਦੌੜਿਆ ਜਿਸ ਰਾਹ ਤੋਂ ਯਿਸੂ ਮਸੀਹ ਨੇ ਕੀ ਕਰਨਾ ਸੀ? ਲੰਘਣਾ ਸੀ। ਜੱਕੀ ਦੇ ਲਈ ਉਹ ਰਾਹ ਕੀ ਆ? ਲਿਖਿਆ ਜੱਕੀ ਨਾ ਤੇ ਯਿਸੂ ਮਸੀਹ ਨੂੰ ਵੇਖ ਸਕਿਆ ਤੇ ਨਾ ਹੀ ਉੱਥੋਂ ਤੱਕ ਪਹੁੰਚ ਸਕਿਆ। ਜਿੱਦਣ ਹੀ ਯਿਸੂ ਮਸੀਹ ਨੂੰ ਵੇਖਣ ਲਈ ਉਹਨੇ ਆਪਣੇ ਮਨ 'ਚ ਨਿਸ਼ਚੈ ਕੀਤਾ ਆ, ਆਪਣੇ ਮਨ 'ਚ ਧਾਰਨਾ ਧਾਰੀ ਆ, ਉਦਣ ਹੀ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆ। ਸਭ ਤੋਂ ਪਹਿਲਾਂ ਤੇ ਉਹਨੂੰ ਆਪਣੀ ਪਦਵੀ ਦਾ ਇਨਕਾਰ ਕਰਨਾ ਪਿਆ। ਫਿਰ ਬੱਚਿਆਂ ਦੀ ਤਰ੍ਹਾਂ ਦੌੜ ਰਿਹਾ, ਮਜ਼ਾਕ ਦਾ ਪਾਤਰ ਬਣਿਆ। ਫਿਰ ਇੱਕ ਵੱਡੇ ਉੱਚੇ ਦਰਖਤ ਤੇ ਉਹਨੂੰ ਚੜ੍ਹਨਾ ਪਿਆ। ਕਿੰਨੀ ਇਸ ਨਿੱਕੇ ਜਿਹੇ 2 ਆਇਤਾਂ ਦੇ ਵਿੱਚ ਤੁਸੀਂ ਵੇਖੋਗੇ ਜੱਕੀ ਦੀਆਂ ਤਕਲੀਫਾਂ। ਮੇਰੇ ਪਿਆਰਿਓ, ਯਿਸੂ ਮਸੀਹ ਜਿਸ ਰਸਤੇ ਤੇ ਚੱਲ ਰਿਹਾ ਨਾ, ਉਸ ਰਸਤੇ ਨੂੰ ਕਹਿੰਦੇ ਨੇ ਤੰਗ ਮਾਰਗ, ਸੁਕੜਾ ਮਾਰਗ, ਛੋਟਾ ਮਾਰਗ। ਇਸ ਕਾਰਨ ਸਭ ਤੋਂ ਪਹਿਲਾਂ ਉਸ ਮਾਰਗ ਨੂੰ ਪਹਿਚਾਣੋ। ਉਹ ਮਾਰਗ ਕਿੱਥੇ ਆ? ਚੌੜੇ ਮਾਰਗ ਯਿਸੂ ਮਸੀਹ ਨਹੀਂ ਆ। 2 ਮਾਰਗ ਨੇ, 2 ਤਰ੍ਹਾਂ ਦੇ ਕੰਮ ਚੱਲ ਰਹੇ ਨੇ। ਇੱਕ ਹੈ ਖੁੱਲਾ ਮਾਰਗ, ਇੱਕ ਹੈ ਤੰਗ ਮਾਰਗ।
ਔਰ ਧੰਨਵਾਦ ਹੈ ਪਰਮੇਸ਼ਰ ਦਾ, ਉਹਨੇ ਸਾਨੂੰ ਵਾਅਦਾ ਦਿੱਤਾ ਆ ਔਰ ਉਹਨੇ ਸਾਡੇ ਹੌਸਲੇ ਵਧਾਉਣ ਲਈ ਇੱਕ ਗੱਲ ਕਹੀ ਆ, ਤੰਗ ਮਾਰਗ ਤੇ ਚੱਲੋ, ਕਿਉਂਕਿ ਇਹ ਮਾਰਗ ਕਿੱਧਰ ਨੂੰ ਜਾਂਦਾ ਆ? ਸਵਰਗ ਤੇ ਜਾਂਦਾ। ਇੱਥੇ ਵੀ ਪ੍ਰਭੂ ਯਿਸੂ ਮਸੀਹ ਇਸ ਲੜਕੇ ਨੂੰ ਜਾਂ ਇਸ ਨੌਜਵਾਨ ਨੂੰ ਉਸ ਆਪਣੇ ਤੰਗ ਮਾਰਗ ਦੇ ਬਾਰੇ ਹੀ ਦੱਸਣਾ ਚਾਹੁੰਦੇ ਨੇ। ਪਰ ਸਭ ਤੋਂ ਪਹਿਲਾਂ ਇਹਦਾ ਆਉਣਾ ਦੇਖਦੇ ਆ, ਇਹ ਸਹੀ ਜਗ੍ਹਾ ਤੇ ਪਹੁੰਚ ਗਿਆ, ਜਿੱਥੇ ਕੌਣ ਆ? ਪ੍ਰਭੂ ਯਿਸੂ ਮਸੀਹ ਖੁਦ ਚੱਲ ਰਿਹਾ। ਮੇਰੇ ਪਿਆਰੇ, ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹਦੇ ਹਾਂ, ਲਿਖਿਆ ਉਹ ਸ਼ਮਾਦਾਨਾਂ ਦੇ ਵਿਚਕਾਰ ਕੌਣ ਫਿਰਦਾ ਸੀ? ਪ੍ਰਭੂ ਯਿਸੂ ਮਸੀਹ ਫਿਰਦਾ ਸੀ। ਕਿ ਅੱਜ ਸਾਡੀ ਕਲੀਸਿਆ ਦੇ ਵਿੱਚ, ਸਾਡੇ ਪਰਿਵਾਰ ਦੇ ਵਿੱਚ, ਸਾਡੀ ਆਰਾਧਨਾ ਸਭਾ ਦੇ ਵਿੱਚ ਯਿਸੂ ਮਸੀਹ ਫਿਰਦਾ? ਯਿਸੂ ਮਸੀਹ ਚੱਲਦਾ? ਜੇ ਨਹੀਂ ਨਾ ਚੱਲ ਰਿਹਾ ਤੇ ਫਿਰ ਸਾਡੀ ਆਰਾਧਨਾ ਸਭਾ 'ਚ, ਸਾਡੀ ਜ਼ਿੰਦਗੀ ਦੇ ਵਿੱਚ, ਸਾਡੀਆਂ ਪ੍ਰਾਰਥਨਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਨਹੀਂ, ਕੋਈ ਹੋਰ ਹੀ ਘੁੰਮ ਰਿਹਾ ਆ। ਸਭ ਤੋਂ ਪਹਿਲਾਂ ਜ਼ਰੂਰੀ ਆ ਉਹਦੇ ਰਸਤੇ ਨੂੰ ਪਛਾਣੀਏ ਕਿ ਯਿਸੂ ਮਸੀਹ ਮਿਲੇਗਾ ਕਿੱਥੇ। ਉਹ ਸਹੀ ਰਾਹ ਤੇ ਆਇਆ ਤੇ ਉਹ ਸਹੀ ਮਕਸਦ ਨਾਲ ਆਇਆ। ਅੱਜ ਅਸੀਂ ਯਿਸੂ ਮਸੀਹ ਦੇ ਕੋਲ ਕਿਸ ਮਕਸਦ ਨਾਲ ਆਉਂਦੇ ਆ? ਖਾਸ ਕਰਕੇ ਨੌਜਵਾਨ। ਇਹ ਉਮਰ ਉਹ ਆ ਜਦੋਂ ਲੋਕ ਆਪਣੀ ਜ਼ਿੰਦਗੀ ਦੇ ਬਾਰੇ, ਆਪਣੇ ਕੈਰੀਅਰ ਦੇ ਬਾਰੇ ਜਾਂ ਆਪਣੇ ਵੱਡੇ ਬਿਜ਼ਨਸ ਦੇ ਬਾਰੇ ਧਿਆਨ ਲਾਉਣ ਦੀ ਸੋਚਦੇ ਨੇ। ਇਹ ਉਹ ਸਮਾਂ ਜਦੋਂ ਲੋਕ ਸਿਰਫ ਆਪਣੇ ਅੱਗੇ ਫਿਊਚਰ ਦੇ ਬਾਰੇ ਸੋਚਦੇ ਨੇ। ਪਰ ਇਸ ਇਨਸਾਨ ਦੀ, ਇਸ ਲੜਕੇ ਦੀ ਸੋਚ ਕੀ ਹੈ? ਇਸ ਨੌਜਵਾਨ ਦੀ ਸੋਚ ਕੀ ਆ? ਮੈਨੂੰ ਸਦੀਪਕ ਜੀਵਨ ਚਾਹੀਦਾ। ਅੱਜ ਚਰਚਾਂ ਦੇ ਵਿੱਚ, ਅੱਜ ਆਰਾਧਨਾ ਸਭਾ ਦੇ ਵਿੱਚ ਆਪਣੀ ਵਿਚਾਰਧਾਰਾ ਜਾਂ ਆਪਣੀ ਸੋਚ ਰੱਖਣ ਵਾਲੇ ਬਹੁਤ ਨੇ। ਕੁਝ ਲੋਕ ਯਿਸੂ ਮਸੀਹ ਦੇ ਕੋਲ ਆ ਰਹੇ ਨੇ ਕਿ ਉਹਨਾਂ ਨੂੰ ਤੰਦਰੁਸਤੀ ਚਾਹੀਦੀ ਆ। ਕੁਝ ਲੋਕ ਯਿਸੂ ਮਸੀਹ ਦੇ ਕੋਲ ਆ ਰਹੇ ਨੇ ਕਿ ਉਹਨਾਂ ਨੂੰ ਬਿਜ਼ਨਸ 'ਚ ਤਰੱਕੀ ਚਾਹੀਦੀ ਆ। ਕੁਝ ਲੋਕ ਯਿਸੂ ਮਸੀਹ ਦੇ ਕੋਲ ਆ ਰਹੇ ਨੇ ਕਿ ਉਹਨਾਂ ਦੇ ਰੁਕੇ ਔਰ ਵਿਗੜੇ ਕੰਮ ਹੱਲ ਹੋ ਜਾਣ। ਪਰ ਬਹੁਤ ਘੱਟ ਲੋਕ ਨੇ ਜਿਹੜੇ ਯਿਸੂ ਮਸੀਹ ਦੇ ਕੋਲ ਤਾਂ ਆ ਰਹੇ ਨੇ ਕਿ ਸਦੀਪਕ ਜੀਵਨ ਪਾ ਲਈਏ। ਮੇਰੇ ਪਿਆਰੇ, ਅੱਜ ਤੁਸੀਂ ਜਾਂਚੋ ਆਪਣੇ ਆਪ ਨੂੰ, ਤੁਸੀਂ ਯਿਸੂ ਮਸੀਹ ਦੇ ਕੋਲ ਕਿਉਂ ਜੇ? ਕਿਉਂ ਤੁਸੀਂ ਮਸੀਹ ਕੋਲ ਆ ਰਹੇ ਹੋ? ਕਿ ਇਸ ਨੌਜਵਾਨ ਦੀ ਤਰ੍ਹਾਂ ਤੁਸੀਂ ਸਦੀਪਕ ਜੀਵਨ ਦੀ ਚਾਹ ਦੇ ਲਈ ਆ ਰਹੇ ਹੋ? ਸਦੀਪਕ ਜੀਵਨ ਚਾਹੀਦਾ ਤਾਂ ਆ ਰਹੇ ਹੋ? ਜੇ ਸਦੀਪਕ ਜੀਵਨ ਚਾਹੀਦਾ ਤਾਂ ਆ ਰਹੇ ਹੋ ਤੇ ਤੁਸੀਂ ਬਿਲਕੁਲ ਸਹੀ ਮਕਸਦ ਨਾਲ ਆ ਰਹੇ ਹੋ। ਜੇ ਕੋਈ ਹੋਰ ਮਕਸਦ ਆ ਤੇ ਤੁਹਾਡਾ ਮਕਸਦ ਠੀਕ ਨਹੀਂ ਆ, ਪ੍ਰਭੂ ਜਾਂਚ ਲਵੇਗਾ। ਉਹ ਸਹੀ ਰਾਹ ਤੇ ਆਇਆ, ਉਹ ਸਹੀ ਮਕਸਦ ਨਾਲ ਆਇਆ ਤੇ ਉਹ ਸਹੀ ਥਾਂ ਤੇ ਵੀ ਆਇਆ। ਸਹੀ ਥਾਂ ਤੇ ਕਹਿਣ ਤੋਂ ਮਤਲਬ ਉਹਨੇ ਪਰਵਾਹ ਨਹੀਂ ਕੀਤੀ ਕਿ ਮੈਨੂੰ ਸਾਡੀ ਸਮਾਜ ਦੇ ਲੋਕ ਸਦੂਕੀ ਜਾਂ ਫਰੀਸੀ ਕੀ ਕਹਿਣਗੇ। ਉਹਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਗਿਆ। ਤੁਸੀਂ ਜਾਣਦੇ, ਜਦੋਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਸੀ, ਫਰੀਸੀ ਔਰ ਸਦੂਕੀ ਉਹਦਾ ਬਹੁਤ ਵਿਰੋਧ ਕਰਦੇ ਸੀ। ਇਸੇ ਲਈ ਹੀ ਨਿਕੋਦੇਮੁਸ ਨੂੰ ਵੀ ਰਾਤ ਨੂੰ ਚੋਰੀ ਛਿਪੇ ਪਰਮੇਸ਼ਰ ਨੂੰ ਮਿਲਣ ਆਉਣਾ ਪਿਆ। ਪਰ ਲਿਖਿਆ ਜਾ ਰਿਹਾ ਸੀ, ਸ਼ਰੇਆਮ ਆਇਆ, ਸੜਕ ਤੇ ਮਿਲਿਆ। ਔਰ ਕਿਸ ਤਰ੍ਹਾਂ ਮਿਲਿਆ? ਆਪਣੇ ਗੋਡੇ ਨਿਵਾ ਕੇ ਯਿਸੂ ਮਸੀਹ ਦਾ ਆਦਰ ਕਰਦਾ ਹੋਇਆ ਉਹਨੂੰ ਮਿਲਿਆ। ਪੜ੍ਹੀਏ ਜਰਾ 17 ਵਚਨ। ਜਦੋਂ ਬਾਹਰ ਨਿਕਲ ਕੇ ਰਾਹ ਵਾਲੇ ਚਲੇ, ਯਿਸੂ ਮਸੀਹ ਰਾਹ ਤੇ ਜਾ ਰਿਹਾ ਸੀ। ਜੱਕੀ ਵੀ ਇਸ ਤਰ੍ਹਾਂ ਨਹੀਂ ਮਿਲਿਆ। ਜੱਕੀ ਕਿਸ ਤਰ੍ਹਾਂ ਮਿਲਿਆ? ਉਹ ਦਰਖਤ ਤੇ ਚੜਿਆ ਆ। ਪਰ ਇਸ ਇਨਸਾਨ ਦਾ ਮਿਲਣਾ, ਯਿਸੂ ਮਸੀਹ ਆ ਰਿਹਾ ਔਰ ਕੀ ਕਰਦਾ ਏ? ਹਾਂ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਨੂੰ ਪੁੱਛਿਆ। ਉਹਦੇ ਅੱਗੇ ਗੋਡੇ ਨਿਵਾ ਕੇ ਕੀ ਕਰ ਰਿਹਾ? ਉਹਨੂੰ ਪੁੱਛ ਰਿਹਾ। ਪੂਰੇ ਆਦਰ ਸਤਿਕਾਰ, ਡਰ ਨਹੀਂ ਰਿਹਾ। ਮੈਨੂੰ ਮੇਰਾ ਸਮਾਜ ਜੋ ਮਰਜ਼ੀ ਕਹਿ ਦੇ, ਮੈਨੂੰ ਇਹ ਸਦੂਕੀ ਫਰੀਸੀਆਂ ਦੀ ਕੋਈ ਪਰਵਾਹ ਨਹੀਂ, ਜੋ ਮਰਜ਼ੀ ਕਹਿ ਦੇਣ। ਅੱਜ ਮੈਂ ਆਪਣੇ ਅਨੰਤ ਜੀਵਨ ਦਾ ਜਾਂ ਆਪਣੇ ਸਦੀਪਕ ਜੀਵਨ ਦਾ ਭੇਤ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਪੁੱਛ ਕੇ ਹੀ ਜਾਵਾਂਗਾ ਮੈਂ। ਕਿਉਂਕਿ ਮੈਨੂੰ ਆਪਣੇ ਇਸ ਜ਼ਿੰਦਗੀ ਦੇ ਵਿੱਚ ਇੱਜ਼ਤ ਦੀ ਪਰਵਾਹ ਨਹੀਂ, ਮੈਨੂੰ ਮੇਰੇ ਵੱਡੇ ਨਾਮ ਦੀ ਪਰਵਾਹ ਨਹੀਂ, ਮੈਨੂੰ ਬੇਇੱਜ਼ਤੀ ਦੀ ਵੀ ਕੋਈ ਪਰਵਾਹ ਨਹੀਂ ਆ। ਮੈਨੂੰ ਪਰਵਾਹ ਹੈ ਆਪਣੇ ਆਤਮਿਕ ਜੀਵਨ ਦੀ। ਜੇ ਮੈਂ ਆਪਣੇ ਇਸ ਆਤਮਿਕ ਜੀਵਨ ਦੀ ਰਾਖੀ ਨਹੀਂ ਕਰ ਪਾਇਆ, ਇਸ ਆਤਮਿਕ ਜੀਵਨ ਨੂੰ ਸੁਧਾਰ ਨਹੀਂ ਪਾਇਆ, ਤੇ ਫਿਰ ਸ਼ਾਇਦ ਮੈਨੂੰ ਕੋਈ ਮੌਕਾ ਨਾ ਮਿਲੇ। ਇਸ ਕਰਕੇ ਉਹ ਡਰਿਆ ਨਹੀਂ। ਉਹ ਸਹੀ ਸਥਾਨ ਤੇ, ਜੈਸੀ ਪਰਮੇਸ਼ਰ ਕੋਲ ਜਿਸ ਤਰੀਕੇ ਨਾਲ ਆਉਣਾ ਚਾਹੀਦਾ ਆ, ਉਸ ਤਰੀਕੇ ਦੇ ਨਾਲ ਉਹ ਆਇਆ। ਉਹਦੇ ਕੋਲ ਡਰਦਾ, ਉਹਦੇ ਤੋਂ ਕੰਬਦਾ ਔਰ ਉਹਦਾ ਆਦਰ ਕਰਦਾ ਹੋਇਆ ਘੁਟਨੇ ਟੇਕ ਕੇ ਸੜਕ ਤੇ ਹੀ ਉਹਦੇ ਸਾਹਮਣੇ ਕੀ ਕਰ ਗਿਆ? ਉਹ ਬੈਠ ਗਿਆ। ਉਹ ਸਹੀ ਰਾਹ ਤੇ ਆਇਆ, ਉਹ ਸਹੀ ਮਕਸਦ ਨਾਲ ਆਇਆ ਔਰ ਉਹ ਸਹੀ ਸਥਾਨ ਤੇ ਵੀ ਆਇਆ ਤੇ ਉਹ ਸਹੀ ਸਮੇਂ ਤੇ ਵੀ ਆਇਆ। ਸਹੀ ਸਮਾਂ ਕਿਸ ਤਰ੍ਹਾਂ?
ਹਜੇ ਉਹ ਨੌਜਵਾਨ ਹੀ ਸੀ। ਇਹ 4 ਖੂਬੀਆਂ ਅਸੀਂ ਉਹਦੇ ਚ ਦੇਖਦੇ ਹਾਂ। ਸਭ ਤੋਂ ਪਹਿਲਾਂ ਉਹਨੇ ਸਹੀ ਰਾਹ ਚੁਣਿਆ, ਉਹਨੇ ਰਾਹ ਵੇਖਿਆ ਪ੍ਰਭੂ ਯਿਸੂ ਮਸੀਹ ਦਾ ਰਾਹ ਕੀ ਆ। ਫਿਰ ਉਹਨੇ ਸਹੀ ਮਕਸਦ ਚੁਣਿਆ, ਮੈਂ ਜੇਕਰ ਯਿਸੂ ਮਸੀਹ ਕੋ ਜਾਣਾ ਆ, ਮੈਂ ਅਨੰਤ ਜੀਵਨ ਦੇ ਕਰਕੇ ਜਾਣਾ ਆ। ਇਸ ਜੀਵਨ ਚ ਚਾਹੇ ਮੈਨੂੰ ਮਿਲੇ ਚਾਹੇ ਕੁਛ ਨਾ ਮਿਲੇ, ਪਰ ਮੈਨੂੰ ਵਿਸ਼ਵਾਸ ਆ ਮੇਰਾ ਪ੍ਰਭੂ ਮੈਨੂੰ ਅਨੰਤ ਜੀਵਨ ਦੇਵੇਗਾ। ਫਿਰ ਉਹ ਆਇਆ ਸਹੀ ਸਥਾਨ ਤੇ, ਉਹਨੇ ਪਰਵਾਹ ਨਹੀਂ ਕੀਤੀ। ਫਿਰ ਉਹ ਆਇਆ ਸਹੀ ਸਮੇਂ ਤੇ, ਜਦੋਂ ਉਹ ਨੌਜਵਾਨ ਹੀ ਸੀ। तो आइए वचन पढ़ते, उपदेशक 12 बाप ਉਹਦਾ 1 वचन। उपदेशक इस चीज के बारे की कहता, सही समय के बारे। उपदेशक 12 ਦਾ 1। ਆਪਣੀ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ। परमेश्वर ਦਾ वचन ਕੀ ਬਿਆਨ ਕਰਦਾ? ਆਪਣੇ ਜਵਾਨੀ ਦੇ ਦਿਨੀ ਤੂੰ ਆਪਣੇ ਕਰਤਾਰ ਨੂੰ ਕੀ ਕਰ? ਚੇਤੇ ਰੱਖ। ਹਾਂ, ਜਦ ਕਿ ਉਹ ਮਾੜੇ ਦਿਨ ਅਜੇ ਨਹੀਂ ਆਏ। ਕਿਹੜੇ ਦਿਨਾਂ 'ਚ ਪਰਮੇਸ਼ਰ ਦਾ ਵਚਨ ਕਹਿੰਦਾ ਯਾਦ ਰੱਖੋ? ਜਵਾਨੀ ਦੇ ਦਿਨਾਂ 'ਚ। ਪਰ ਅੱਜ ਸਾਡੀ ਵਿਚਾਰਧਾਰਾ ਕੀ ਬਣ ਗਈ ਆ? ਅਸੀਂ ਜਵਾਨੀ ਦੇ ਦਿਨਾਂ 'ਚ ਨਹੀਂ, ਅਸੀਂ ਜ਼ਿਆਦਾਤਰ ਬੁਢਾਪੇ ਦੇ ਦਿਨਾਂ 'ਚ ਕੀ ਕਰਦੇ ਆ? ਔਰ ਅਸੀਂ ਜਦੋਂ ਕੋਈ ਇਨਸਾਨ ਬੁੱਢਾ ਹੁੰਦਾ, ਅਸੀਂ ਉਹਨੂੰ ਇਹ ਸਲਾਹ ਦਿੰਨੇ ਆ, ਕੀ ਕਰ ਹੁਣ ਤੂੰ, ਹੁਣ ਰੱਬ ਰੱਬ ਕਰ, ਹੁਣ ਪਰਮੇਸ਼ਰ ਦੇ ਕੋਲ ਆ ਜਾ। ਪਰ ਮਸੀਹਤ 'ਚ ਪਰਮੇਸ਼ਰ ਦੇ ਕੋਲ ਆਉਣ ਦਾ ਸਮਾਂ ਕੀ ਆ? ਜਦੋਂ ਤੁਸੀਂ ਨੌਜਵਾਨ ਹੋ। ਜਦੋਂ ਤੁਸੀਂ ਨੌਜਵਾਨ ਹੋ, ਨੌਜਵਾਨੀ ਦੇ ਵਿੱਚ ਲਿਖਿਆ ਆਪਣੇ ਕਰਤਾਰ ਨੂੰ ਕੀ ਰੱਖੀ। ਤੇ ਜਿਹੜੇ ਨਹੀਂ ਸੁਧਰਦੇ, ਜਿਹੜੇ ਨੌਜਵਾਨੀ 'ਚ ਪਰਮੇਸ਼ਰ ਨੂੰ ਨਹੀਂ ਕਬੂਲ ਕਰਦੇ, ਉਹਨਾਂ ਦੇ ਬਾਰੇ ਪਰਮੇਸ਼ਰ ਦਾ ਵਚਨ ਕਹਿੰਦਾ, ਹੇ ਜਵਾਨ, ਜੋ ਤੇਰਾ ਜੀ ਕਹਿੰਦਾ ਉਹ ਕੀ ਕਰ ਤੂੰ ਕਰ, ਪਰ ਚੇਤੇ ਰੱਖ, ਪਰ ਇਸ ਗੱਲ ਨੂੰ ਚੇਤੇ ਰੱਖੀ ਕਿ ਹਰ ਗੱਲ ਦੇ ਲਈ ਤੇਰਾ ਕੀ ਕੀਤਾ ਜਾਵੇਗਾ? ਨਿਆਂ ਕੀਤਾ ਜਾਵੇਗਾ। ਜੋ ਵੀ ਤੂੰ ਕਰੇਗਾ ਉਹਦੇ ਲਈ ਤੇਰਾ ਕੀ ਕੀਤਾ ਜਾਵੇਗਾ? ਨਿਆਂ ਕੀਤਾ ਜਾਵੇਗਾ। ਜਦੋਂ ਅਸੀਂ 4 ਖੂਬੀਆਂ ਇਸ ਨੌਜਵਾਨ 'ਚ ਵੇਖਦੇ ਹਾਂ, ਇਹ ਨੌਜਵਾਨ ਨੌਜਵਾਨੀ ਦੇ ਵਿੱਚ ਹੀ ਸਹੀ ਸਮੇਂ ਤੇ ਉਹਦੇ ਕੋਲ ਕੀ ਕਰ ਰਿਹਾ ਆ ਰਿਹਾ ਜਿਸ ਸਮੇਂ ਤੇ ਆਉਣਾ ਚਾਹੀਦਾ। ਕਿੰਨੇ ਗੁਣ ਨੇ ਜੋ ਅਸੀਂ ਇਹਦੇ ਵਿੱਚ ਦੇਖਦੇ ਹਾਂ। ਜਿੱਥੇ ਯਿਸੂ ਸਹੀ ਸਥਾਨ ਤੇ ਪਹੁੰਚ ਰਿਹਾ, ਸਹੀ ਮਕਸਦ ਨਾਲ ਪਹੁੰਚ ਰਿਹਾ, ਪਰਵਾਹ ਨਹੀਂ ਕੀਤੀ, ਸਹੀ ਜਗ੍ਹਾ ਤੇ ਆ ਗਿਆ ਔਰ ਸਹੀ ਸਮੇਂ ਤੇ ਵੀ ਆ ਗਿਆ ਆ। ਪਰ ਤਾਂ ਇੰਨੀਆਂ ਗੱਲਾਂ ਹੋਣ ਦੇ ਬਾਵਜੂਦ ਵੀ, ਇਹਦੇ ਵਿੱਚ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਇਹ ਸੋਚਦਾ ਆ, ਇਹ ਸਮਝਦਾ ਆ ਕਿ ਸ਼ਾਇਦ ਹਜੇ ਵੀ ਮੇਰੇ ਵਿੱਚ ਕਿਸੇ ਗੱਲ ਦੀ ਘਾਟ ਹੈਗੀ ਆ। ਧੰਨ ਆ ਪਰਮੇਸ਼ਰ ਦਾ ਵਚਨ ਜੋ ਇਹੋ ਜਿਹੇ ਵਚਨ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਅਸੀਂ ਥੋੜੀ ਜੀ ਪ੍ਰਾਰਥਨਾ ਕਰ ਲੈਨੇ, ਥੋੜਾ ਜਿਹਾ ਮਸੀਹ ਦੇ ਵਿੱਚ ਚੱਲ ਲੈਨੇ, ਅਸੀਂ ਸਮਝਦੇ ਸਾਡੇ ਵਿੱਚ ਕੋਈ ਘਾਟਾ ਹੀ ਨਹੀਂ। ਅਸੀਂ ਸੋਚਦੇ ਅਸੀਂ ਉੱਤਮ ਆ, ਅਸੀਂ ਸਿੱਧ ਹੋ ਗਏ। ਪਰ ਇਸ ਇਨਸਾਨ ਨੂੰ ਵੇਖੀਏ ਜਰਾ, ਸਹੀ ਸਮੇਂ ਤੇ, ਸਹੀ ਸਥਾਨ ਤੇ, ਸਹੀ ਬੰਦੇ ਕੋਲ, ਸਹੀ ਜਗ੍ਹਾ ਤੇ ਪਹੁੰਚ ਗਿਆ। ਸ਼ਾਇਦ ਸਾਡੇ ਵਿੱਚੋਂ ਵੀ ਕਈਆਂ ਜਾਣਿਆਂ ਦੇ ਵਿੱਚ ਇਹ ਗੁਣ ਨਹੀਂ ਹੋਣਗੇ, ਪਰ ਉਹ ਆਪਣੇ ਆਪ ਨੂੰ ਬੜੇ ਸਿੱਧ ਔਰ ਸਹੀ ਸਮਝਦੇ ਹੋਣਗੇ। ਪਰ ਮੇਰੇ ਪਿਆਰਿਓ, ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਇਸ ਨੌਜਵਾਨ ਨੂੰ ਵੇਖੋ। ਇਹ ਨੌਜਵਾਨ ਜਿੰਨੀਆਂ ਖੂਬੀਆਂ ਵੀ ਸ਼ਾਇਦ ਸਾਡੇ ਨੌਜਵਾਨਾਂ 'ਚ ਨਹੀਂ ਹੋਣਗੀਆਂ, ਪਰ ਇਸ ਨੌਜਵਾਨ ਨੇ ਕੀ ਸੋਚਿਆ? ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ, ਪੜ੍ਹੀਏ ਜਰਾ 17 ਵਚਨ ਦੁਬਾਰਾ ਇਹਦਾ। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਹਾਂ, ਇੱਕ ਜਣਾ ਉਹਦੇ ਕੋਲ ਦੌੜ ਆਇਆ, ਹਾਂ, ਅਤੇ ਉਹਦੇ ਅੱਗੇ ਗੋਡੇ ਨਿਵਾ। ਉਹ ਦੌੜਨ ਵਾਲੇ ਦੇ ਬਾਰੇ ਅਸੀਂ ਪੜ੍ਹ ਲਿਆ ਕਿ ਕਿੰਨਾ ਉਹਦੇ 'ਚ ਇਹ 4 ਗੁਣ ਵੇਖੇ ਨੇ ਅਸੀਂ ਕਿ ਉਹ ਕਿਸ ਤਰੀਕੇ ਨਾਲ ਚੱਲ ਰਿਹਾ ਸੀ ਔਰ ਦੌੜ ਕੇ ਆ ਕੇ ਕੀ ਕਹਿੰਦਾ ਆ। ਹਾਂ, ਉਹਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਪੁੱਛਿਆ, ਹਾਂ, ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹਾਂ। ਹਾਂ, ਅੱਜ ਸਾਡੇ ਨੌਜਵਾਨਾਂ ਦੇ ਗੋਡੇ ਕਿਉਂ ਟਿਕਦੇ ਨੇ ਪਰਮੇਸ਼ਰ ਅੱਗੇ? ਇਹਦੇ ਗੋਡੇ ਟੇਕਣ ਦੇ ਵਿੱਚ ਔਰ ਸਾਡੇ ਨੌਜਵਾਨਾਂ ਦੇ ਗੋਡੇ ਟੇਕਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਸਾਡੇ ਨੌਜਵਾਨ ਪਰਮੇਸ਼ਰ ਦੇ ਅੱਗੇ ਗੋਡੇ ਟੇਕ ਕੇ ਕਹਿੰਦੇ, ਪ੍ਰਭੂ ਮੈਨੂੰ ਅੱਛੀ ਨੌਕਰੀ ਦੇ ਦੇ। ਸਾਡੇ ਨੌਜਵਾਨ ਪਰਮੇਸ਼ਰ ਦੇ ਅੱਗੇ ਗੋਡੇ ਟੇਕ ਕੇ ਕਹਿੰਦੇ, ਪ੍ਰਭੂ ਮੈਨੂੰ ਅੱਛਾ ਲਾਈਫ ਪਾਰਟਨਰ ਦੇ ਦੇ, ਮੈਨੂੰ ਅੱਛਾ ਬਿਜ਼ਨਸ ਦੇ ਦੇ, ਮੈਨੂੰ ਚੰਗਾ ਫਿਊਚਰ ਦੇ ਦੇ। ਪ੍ਰਭੂ ਕੀ ਕਹੇਗਾ? ਪਲੂਸ ਇਹਨਾਂ ਚੀਜ਼ਾਂ ਨੂੰ ਕੀ ਕਹਿੰਦਾ? ਕੂੜਾ। ਪ੍ਰਭੂ ਕੀ ਕਹੇਗਾ? ਕੂੜਾ ਮੰਗਣ ਆ ਗਿਆ। ਇਹਨੂੰ ਪ੍ਰਭੂ ਕੀ ਕਹਿ ਸਕਦਾ? ਬੇਟਾ ਤੂੰ ਸਹੀ ਆਇਆ, ਤੂੰ ਸਹੀ ਸੋਚ ਨਾਲ ਆਇਆ। ਮੈਂ ਚਾਹੁੰਦਾ ਸਭ ਜਨ ਮੇਰੇ ਕੋਲ ਇਸੇ ਕਾਰਨ ਹੀ ਆਉਣ, ਇਸੇ ਕਾਰਨ ਹੀ ਲੋਕਾਂ ਦਾ ਮੇਰੇ ਅੱਗੇ ਸਿਰ ਝੁਕੇ, ਇਸੇ ਕਾਰਨ ਹੀ ਲੋਕਾਂ ਦੇ ਮੇਰੇ ਅੱਗੇ ਘੁਟਨੇ ਟੇਕਣ ਕਿ ਉਹਨਾਂ ਨੂੰ ਕੀ ਚਾਹੀਦਾ ਆ।
ਉਹਨਾਂ ਨੂੰ ਸਦੀਪਕ ਜੀਵਨ ਚਾਹੀਦਾ। ਪੜ੍ਹੀਏ ਅੱਗੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਜੀ। ਹਾਂ ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਸੱਤ ਕਿਉਂ ਕਹਿੰਦਾ ਹੈ? ਹਾਂ ਸੱਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ਰ। ਹਾਂ ਤੂੰ ਹੁਕਮਾਂ ਨੂੰ ਜਾਣਦਾ ਹੈ। ਕਹਿੰਦਾ ਤੂੰ ਹੁਕਮਾਂ ਨੂੰ ਜਾਣਦਾ ਆ। ਹਾਂ ਖੂਨ ਨਾ ਕਰ, ਹਾਂ ਜਨਾਹ ਨਾ ਕਰ, ਹਾਂ। ਚੋਰੀ ਨਾ ਕਰ, ਝੂਠੀ ਅਗਵਾਈ ਨਾ ਦੇ, ਠੱਗੀ ਨਾ ਕਰ, ਆਪਣੇ ਮਾਂ ਪਿਓ ਦਾ ਆਦਰ ਕਰ। ਜਿੰਨੇ ਵੀ ਹੁਕਮ ਸੀ, ਜਿੰਨੇ ਵੀ ਸ਼ਰ੍ਹਾ ਦੇ ਵਿੱਚ ਹੁਕਮ ਸੀ, ਉਹ ਸਾਰੇ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ ਤੂੰ ਉਹਨਾਂ ਕੁਝ ਇੱਕ ਦਾ ਨਾਂ ਲਿਖਿਆ, ਬਾਕੀ ਦਾ ਨਾਂ ਨਹੀਂ ਲਿਖਿਆ ਕਿ ਅਸੀਂ ਸਮਝ ਜਾਈਏ। ਕਿਆ ਤੂੰ ਹੁਕਮਾਂ ਨੂੰ ਜਾਣਦਾ ਹਾਂ? ਕੀ ਕਹਿੰਦਾ ਉਹ ਜੀ? ਹਾਂ ਉਸਨੇ ਉਹਨੂੰ ਕਿਹਾ, ਗੁਰੂ ਜੀ ਮੈਂ ਆਪਣੇ ਬਾਲਕ ਕਹਿੰਦਾ ਹੋਣੇ ਤੋਂ ਪ੍ਰਭੂ ਜੀ ਹੁਣ ਮੈਂ ਨੌਜਵਾਨ ਆ, ਪਰ ਮੈਂ ਆਪਣੇ ਬਚਪਨ ਤੋਂ ਹੀ ਇਹਨਾਂ ਸਾਰਿਆਂ ਹੁਕਮਾਂ ਦਾ ਹਾਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਕਹਿੰਦਾ ਮੈਂ ਮੰਨਦਾ ਆਇਆ ਵਾਂ। ਹੁਣ ਤੋਂ ਨਹੀਂ, ਹੁਣੇ ਨਹੀਂ ਮੈਂ ਤੋਬਾ ਕੀਤੀ, ਮੈਂ ਬਚਪਨ ਤੋਂ ਹੀ ਇਹਨਾਂ ਸਾਰੀਆਂ ਗੱਲਾਂ ਤੇ ਕੀ ਕਰਦਾ ਆਇਆ। ਮੇਰੇ ਪਿਆਰੇ ਦੇਖੋ ਇਹਦਾ ਜੀਵਨ, ਇਸ ਨੌਜਵਾਨ ਦਾ ਜੀਵਨ ਦੇਖੋ। ਬਚਪਨ ਤੋਂ ਹੀ ਪ੍ਰਭੂ ਦੇ ਸਾਰੇ ਹੁਕਮ ਕੀ ਕਰ ਰਿਹਾ ਏ? ਮੰਨਦਾ ਆ ਰਿਹਾ ਆ। ਹੁਣ ਪ੍ਰਭੂ ਨੂੰ ਲੱਭਦਾ ਹੋਇਆ ਆ ਗਿਆ, ਸਹੀ ਸਥਾਨ ਤੇ ਆ ਗਿਆ, ਸਹੀ ਸਮੇਂ ਤੇ ਆ ਗਿਆ ਤੇ ਸਹੀ ਜਗ੍ਹਾ ਤੇ ਆ ਗਿਆ ਹੈ। ਔਰ ਬਚਪਨ ਤੋਂ ਹੀ ਸਾਰੇ ਕੀ ਕਰ ਰਿਹਾ? ਹੁਕਮ ਵੀ ਮੰਨ ਰਿਹਾ। ਅੱਗੇ ਪੜ੍ਹੀਏ ਯਿਸੂ ਮਸੀਹ ਨੇ ਕੀ ਕੀਤਾ ਇਹਦੇ ਨਾਲ। ਪਰ ਤਾਂ ਵੀ ਸੁਣੀਏ, ਪਰ ਤਾਂ ਵੀ ਉਹਨੂੰ ਪਤਾ ਲੱਗਾ ਕਿ ਮੇਰੇ ਜੀਵਨ ਦੇ ਵਿੱਚ ਸ਼ਾਇਦ ਹਜੇ ਵੀ ਕੋਈ ਕੀ ਆ ਕਮੀ ਹੈਗੀ ਆ। ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਇਹਨਾਂ ਵਚਨਾਂ ਦੇ ਲਈ। ਇਹ ਇੱਕ ਆਤਮਿਕ ਇਨਸਾਨ ਨੂੰ ਜੋ ਸੋਚਦੇ ਨੇ ਅਸੀਂ ਅੱਗੇ ਵੱਧ ਰਹੇ ਹਾਂ, ਜੋ ਸੋਚਦੇ ਨੇ ਅਸੀਂ ਅੱਗੇ ਬੜੇ ਚਲੇ ਗਏ ਆ, ਉਹਨਾਂ ਨੂੰ ਫੜ ਕੇ ਝੰਜੋੜਦਾ ਹੈ ਵਚਨ। ਆਪਣੇ ਆਪ ਦੀ ਕੀ ਕਰੋ? ਜਾਂਚ ਕਰੋ। ਵੇਖੋ ਕੋਈ ਘਾਟਾ ਤੇ ਨਹੀਂ ਰਹਿ ਗਿਆ, ਕਿਸੇ ਗੱਲ ਦਾ ਕੋਈ ਕਮੀ ਤੇ ਨਹੀਂ ਰਹਿ ਗਈ। ਇਸ ਕਰਕੇ ਕਮੀਆਂ ਨੂੰ, ਘਾਟਿਆਂ ਨੂੰ ਜਾਂਚਦੇ ਹੋਏ ਪਰਮੇਸ਼ਰ 'ਚ ਲਗਾਤਾਰ ਅੱਗੇ ਵਧੋ। ਐਵੇਂ ਆਪਣੀਆਂ ਸੋਚਾਂ ਦੇ ਵਿੱਚ ਆਪਣੇ ਆਪ ਨੂੰ ਸਹੀ ਔਰ ਸਿੱਧ ਸਾਬਤ ਕਰਕੇ ਖੁਦ ਆਪਣੇ ਮੂੰਹ ਮੀਆਂ ਮਿੱਠੂ ਬਣ ਕੇ ਅੱਗੇ ਨਾ ਵਧੋ। ਪਰਮੇਸ਼ਰ ਨੂੰ ਪੁੱਛੋ, ਪ੍ਰਭੂ ਕੀ ਮੇਰੇ ਵਿੱਚ ਕੋਈ ਘਾਟਾ ਹੈਗਾ? ਪੜ੍ਹੀਏ ਜਰਾ। ਯਿਸੂ ਨੇ ਉਹਦੀ ਵੱਲ ਵੇਖ ਕੇ ਯਿਸੂ ਨੇ ਕੀ ਜਦੋਂ ਯਿਸੂ ਨੇ ਵੇਖਿਆ ਉਹ ਸਹੀ ਰਾਹ ਤੇ ਆ ਗਿਆ। ਜਦੋਂ ਯਿਸੂ ਮਸੀਹ ਨੇ ਵੇਖਿਆ ਸਹੀ ਮਕਸਦ ਹੈ ਇਹਦਾ, ਜਦੋਂ ਯਿਸੂ ਮਸੀਹ ਨੇ ਵੇਖਿਆ ਸਹੀ ਸਮੇਂ ਤੇ ਆ ਗਿਆ ਔਰ ਸਹੀ ਸਥਾਨ ਤੇ ਆ ਗਿਆ ਔਰ ਵੇਖਿਆ ਕਿ ਬਚਪਨ ਤੋਂ ਹੀ ਕੀ ਕਰ ਰਿਹਾ ਹੈ? ਸਾਰੇ ਹੁਕਮਾਂ ਨੂੰ ਮੰਨ ਰਿਹਾ ਆ। ਹਾਂ ਯਿਸੂ ਨੇ ਉਹਦੀ ਵੱਲ ਵੇਖ, ਯਿਸੂ ਮਸੀਹ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ। ਉਹਨੂੰ ਕੀ ਕੀਤਾ? ਪਿਆਰ ਕੀਤਾ। ਇੱਥੇ ਲਿਖਿਆ ਨਹੀਂ ਕਿ ਪਿਆਰ ਕਿਸ ਤਰ੍ਹਾਂ ਕੀਤਾ ਆ। ਮੈਂ ਸੋਚਦਾ ਆਵਾਂਗਾ ਯਿਸੂ ਮਸੀਹ ਨੇ ਜ਼ਰੂਰ ਪਿਆਰ ਦੇ ਨਾਲ ਉਹਦੇ ਸਿਰ ਤੇ ਕੀ ਫੇਰਿਆ ਹੋਵੇਗਾ ਔਰ ਜ਼ਰੂਰ ਉਹਨੂੰ ਗਲੇ ਵੀ ਕੀ ਕੀਤਾ ਹੋਵੇਗਾ? ਲਗਾਇਆ ਹੋਵੇਗਾ। ਮੇਰੇ ਪਿਆਰੇ, ਜਦੋਂ ਤੁਸੀਂ ਸਹੀ ਸਮੇਂ ਸਹੀ ਮਕਸਦ ਨਾਲ ਆਉਂਦੇ ਹੋ, ਸਹੀ ਜਗ੍ਹਾ ਤੇ ਆਉਂਦੇ ਹੋ, ਸਵਰਗ ਦਾ ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਆ। ਸਵਰਗ ਦਾ ਪਰਮੇਸ਼ਰ ਤੁਹਾਨੂੰ ਜਿਸ ਤਰ੍ਹਾਂ ਇੱਕ ਬੱਚੇ ਨੂੰ ਆਪਣੇ ਬੱਚੇ ਨੂੰ ਲਾਡ ਕਰਦਾ, ਉਸ ਤਰ੍ਹਾਂ ਕੀ ਕਰੇਗਾ? ਤੁਹਾਨੂੰ ਉਹ ਪਿਆਰ ਕਰੇਗਾ। ਪਰ ਉਹਨੂੰ ਸਭ ਤੋਂ ਪਹਿਲਾਂ ਤੁਹਾਡੇ ਵਿੱਚ ਇਹ ਖੂਬੀਆਂ ਦਿਖਣੀਆਂ ਚਾਹੀਦੀਆਂ ਨੇ। ਜੇਕਰ ਤੁਸੀਂ ਯਿਸੂ ਮਸੀਹ ਦਾ ਪਿਆਰ, ਪਰਮੇਸ਼ਰ ਦਾ ਪਿਆਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਹਦੇ ਸਾਰੇ ਹੁਕਮਾਂ ਨੂੰ ਕੀ ਕਰੋ? ਮੰਨੋ। ਸਹੀ ਮਕਸਦ ਨਾਲ ਉਹਦੇ ਕੋਲ ਆਓ। ਸਵਾਰਥੀ ਮਕਸਦ ਲੈ ਕੇ ਸਵਾਰਥ ਨਾਲ ਭਰੇ ਉਹਦੇ ਅੱਗੇ ਘੁਟਨੇ ਨਹੀਂ ਟਿਕਣੇ ਚਾਹੀਦੇ। ਸਿਰਫ ਇੱਕ ਮਕਸਦ ਹੋਣਾ ਚਾਹੀਦਾ, ਪ੍ਰਭੂ ਮੈਨੂੰ ਸਿੱਧ ਕਰ, ਪ੍ਰਭੂ ਮੈਨੂੰ ਸਹੀ ਕਰ, ਤਾਂ ਕਿ ਮੈਂ ਅਨੰਤ ਜੀਵਨ ਕੀ ਕਰ ਲਵਾਂ? ਪਾ ਲਵਾਂ। ਲਿਖਿਆ ਇਹ ਗੱਲਾਂ ਵੇਖ ਕੇ, ਇਹ ਖੂਬੀਆਂ ਵੇਖ ਕੇ ਪ੍ਰਭੂ ਨੇ ਕੀ ਕੀਤਾ? ਉਹਨੂੰ ਪਿਆਰ ਕੀਤਾ। ਹਾਂ ਔਰ ਅਗਲੀ ਗੱਲ ਹੁਣ ਪ੍ਰਭੂ ਕੀ ਕਹਿਣ ਲਈ ਜਾ ਰਹੇ ਨੇ ਉਹਨੂੰ? ਹਾਂ ਅਤੇ ਉਹਨੂੰ ਆਖਿਆ, ਔਰ ਉਹਨੂੰ ਕੀ ਕਿਹਾ? ਤੇਰੇ ਵਿੱਚ ਇੱਕ ਗੱਲ ਦਾ ਕਹਿੰਦਾ ਘਾਟਾ ਹੁਣ ਹੈ। ਮੈਨੂੰ ਲੱਗਦਾ ਆ ਕਿ ਤੈਨੂੰ ਮੈਂ ਤੇਰੀ ਕਮੀ ਦੱਸਾਂ। ਇੰਨੀਆਂ ਤੇਰੀਆਂ ਖੂਬੀਆਂ ਨੇ, ਬਹੁਤ ਖੂਬੀਆਂ ਨੇ, ਪਰ ਮੈਂ ਜੋ ਦੇਖ ਰਿਹਾ ਆ, ਮੈਨੂੰ ਕੀ ਕਹਿੰਦਾ? ਪੜ੍ਹੀਏ। ਅਤੇ ਉਹਨੂੰ ਆਖਿਆ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਹਾਂ ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇ। ਜਾ, ਜੋ ਕੁਝ ਤੇਰਾ ਆ ਨਾ ਉਹਨੂੰ ਕੀ ਕਰ ਦੇ? ਉਹ ਸਭ ਕੁਝ ਸਹੀ ਕਰ ਰਿਹਾ ਸੀ। ਕਿਸੇ ਗੱਲ ਦੀ ਆਤਮਾ ਦੇ ਵਿੱਚ ਉਹ ਕਮੀ ਨਹੀਂ ਸੀ ਛੱਡ ਰਿਹਾ। ਪਰ ਇਸ ਗੱਲ ਤੋਂ ਪਤਾ ਲੱਗਦਾ ਕਿ ਉਹਦਾ ਧਿਆਨ
ਆਪਣੀ ਜ਼ਮੀਨ ਜਾਇਦਾਦ ਔਰ ਆਪਣੇ ਪੈਸੇ ਤੇ ਜ਼ਿਆਦਾ ਸੀ। ਉਹਦਾ ਧਿਆਨ ਆਪਣੀਆਂ ਇਹਨਾਂ ਨਿੱਜੀ ਚੀਜ਼ਾਂ ਤੇ ਜ਼ਿਆਦਾ ਸੀ, ਆਪਣੇ ਕਿਸੇ ਨਿੱਜੀ ਆਨੰਦ ਤੇ, ਆਪਣੀ ਕਿਸੇ ਨਿੱਜੀ ਗਲਤੀ ਤੇ, ਜਾਂ ਆਪਣੇ ਕਿਸੇ ਦੋਸਤਾਂ ਦੇ ਮਿੱਤਰਾਂ ਤੇ, ਜਾਂ ਕੁਝ ਵੀ ਹੋ ਸਕਦਾ। ਉਹਦੇ ਜੀਵਨ 'ਚ ਤੇ ਉਹਦਾ ਧਿਆਨ ਤੇ ਕਿਹਦੇ ਤੇ ਸੀ? ਆਪਣੀ ਜ਼ਮੀਨ ਜਾਇਦਾਦ ਤੇ ਸੀ ਨਾ। ਸਾਡਾ ਧਿਆਨ ਹੋਰ ਕਈ ਗੱਲਾਂ 'ਚ ਡਾਇਵਰਟ ਹੋ ਸਕਦਾ। ਇਸ ਕਰਕੇ ਮੇਰੇ ਪਿਆਰਿਓ, ਪ੍ਰਭੂ ਯਿਸੂ ਮਸੀਹ ਕੀ ਕਹਿੰਦਾ? ਸਾਡੇ ਵਿਚਾਰਾਂ ਤੇ ਸਾਡੇ ਧਿਆਨਾਂ ਦੇ ਵਿੱਚ ਯਿਸੂ ਮਸੀਹ ਦਾ ਪਹਿਲਾ ਸਥਾਨ ਹੋਵੇ। ਸਾਡੇ ਵਿਚਾਰ 'ਚ ਵੀ ਕੌਣ ਹੋਵੇ? ਯਿਸੂ ਮਸੀਹ। ਸਾਡਾ ਧਿਆਨ ਵੀ ਕਿਹਦੇ ਤੇ ਹੋਵੇ? ਯਿਸੂ ਮਸੀਹ। ਅਮੀਰ ਹੋਣਾ ਕੋਈ ਪਾਪ ਨਹੀਂ ਆ, ਕਿਸੇ ਦੇ ਕੋਲ ਜ਼ਿਆਦਾ ਧਨ ਦੌਲਤ ਹੋਣਾ ਕੋਈ ਗਲਤੀ ਨਹੀਂ ਆ, ਪਰ ਉਹਦੇ ਤੇ ਮਨ ਲਾਉਣਾ, ਉਹਦੇ ਤੇ ਧਿਆਨ ਲਾਈ ਰੱਖਣਾ ਗਲਤੀ ਆ। ਸਿੱਧ ਮਸੀਹੀਆਂ 'ਚ ਵੀ ਪਰਮੇਸ਼ਰ ਅੱਜ ਦੇ ਵਚਨਾਂ ਦੁਆਰਾ ਸਿੱਧ ਮਸੀਹੀਆਂ ਨੂੰ ਵੀ ਕਹਿੰਦਾ, ਜੇਕਰ ਤੁਹਾਡੇ ਕੋਲ ਪਰਮੇਸ਼ਰ ਨੇ ਕੁਝ ਦਿੱਤਾ ਆ, ਕੁਝ ਵਾਧੂ ਦਿੱਤਾ ਆ, ਤੁਹਾਨੂੰ ਬੜੀ ਆਸ਼ੀਸ਼ ਦਿੱਤੀ ਆ, ਤੇ ਪਰਮੇਸ਼ਰ ਦੀਆਂ ਆਸ਼ੀਸ਼ਾਂ ਵੱਲ ਧਿਆਨ ਲਾਉਣ ਦੀ ਲੋੜ ਨਹੀਂ ਹੈ। ਦਿੱਤੀਆਂ ਆਸ਼ੀਸ਼ਾਂ ਵੱਲ ਨਾ ਵੇਖਦੇ ਰਹੋ। ਤੁਹਾਨੂੰ ਦਿੱਤੀਆਂ ਆਸ਼ਾਂ ਵੱਲ ਤੱਕਣ ਦੀ ਲੋੜ ਨਹੀਂ ਆ, ਜਿੰਨੇ ਆਸ਼ਾਂ ਦਿੱਤੀਆਂ ਨੇ ਉਹਦੇ ਵੱਲ ਤੱਕਣ ਦੀ ਲੋੜ ਆ। ਅੱਜ ਅਸੀਂ ਕਿਹਨਾਂ ਤੇ ਧਿਆਨ ਲਾ ਲਿਆ? ਇਸੇ ਤਰ੍ਹਾਂ ਅਬਰਾਹਾਮ ਨੇ ਜਦੋਂ ਪਰਮੇਸ਼ਰ ਨੇ ਉਹਦੇ ਨਾਲ ਵਾਅਦਾ ਪੂਰਾ ਕਰ ਲਿਆ ਔਰ ਉਹਨੂੰ ਇਸਹਾਕ ਦੇ ਦਿੱਤਾ, ਤੇ ਉਹਦਾ ਵੀ ਧਿਆਨ ਕਿੱਥੇ ਲੱਗ ਗਿਆ? ਹੁਣ ਸਾਰਾ ਧਿਆਨ ਕਿਹਦੇ ਤੇ ਆ? ਇਸਹਾਕ ਤੇ। ਸਾਰਾ ਕੁਝ ਇਸਹਾਕ ਦੇ ਬਾਰੇ, ਔਰ ਹਰ ਵੇਲੇ ਇਸਹਾਕ ਉਹਦੇ ਮਨ ਚੋਂ ਨਿਕਲਦਾ ਹੀ ਨਹੀਂ ਆ। ਹੁਣ ਯਾਦ ਹੈ ਅਬਰਾਹਾਮ ਦੀ ਕਹਾਣੀ ਸਾਰਿਆਂ ਨੂੰ? ਅਬਰਾਹਾਮ ਦੇ ਨਾਲ ਪਰਮੇਸ਼ਰ ਨੇ ਵਾਅਦਾ ਕੀਤਾ ਸੀ, ਮੈਂ ਤੈਨੂੰ ਕੀ ਦਿਆਂਗਾ? ਇੱਕ ਪੁੱਤਰ ਦਿਆਂਗਾ। ਪਰਮੇਸ਼ਰ ਨੇ ਦਿੱਤਾ, ਪਰ ਹੁਣ ਉਹਦਾ ਸਾਰਾ ਧਿਆਨ ਕਿਹਦੇ ਤੇ ਲੱਗ ਗਿਆ? ਜਾ ਕੇ ਉਸੇ ਪੁੱਤਰ ਦੀ ਉਹਦੀਆਂ ਰੀਝਾਂ ਪੂਰੀਆਂ ਕਰਨ ਦੇ ਲਈ, ਉਹਦੀਆਂ ਖਵਾਇਸ਼ਾਂ ਪੂਰੀਆਂ ਕਰਨ ਦੇ ਲਈ, ਔਰ ਹਰ ਵੇਲੇ ਉਹਦੇ ਤੇ ਧਿਆਨ, ਪਰਮੇਸ਼ਰ ਤੇ ਧਿਆਨ ਘਟ ਗਿਆ। ਫਿਰ ਇੱਕ ਦਿਨ ਪਰਮੇਸ਼ਰ ਦੀ ਆਵਾਜ਼ ਆਈ, ਫੜ ਇਹਨੂੰ, ਆਪਣੇ ਪੁੱਤਰ ਨੂੰ ਲੈ ਤੇ ਇਹਨੂੰ ਮੋਰੀਆ ਪਹਾੜ ਤੇ ਜਾ ਕੇ ਕੀ ਕਰਦੇ ਮੇਰੇ ਲਈ? ਪਰਮੇਸ਼ਰ ਮੰਗਦਾ ਕਈ ਵਾਰ ਬਲੀ। ਜਿੱਧਰ ਤੁਸੀਂ ਜ਼ਿਆਦਾ ਧਿਆਨ ਲਾਓਗੇ, ਜੇਕਰ ਤੁਸੀਂ ਆਪਣੇ ਬੱਚਿਆਂ ਤੇ ਜ਼ਿਆਦਾ ਧਿਆਨ ਲਾਓਗੇ, ਜੇਕਰ ਤੁਸੀਂ ਆਪਣੇ ਯਾਰਾਂ ਦੋਸਤਾਂ ਤੇ ਜ਼ਿਆਦਾ ਧਿਆਨ ਲਾਓਗੇ, ਜੇਕਰ ਤੁਸੀਂ ਆਪਣੇ ਕਿਸੇ ਖਵਾਇਸ਼, ਆਪਣੇ ਚਾਹ ਤੇ ਜ਼ਿਆਦਾ ਧਿਆਨ ਲਾਓਗੇ, ਜੇਕਰ ਕਿਸੇ ਵੀ ਐਸੀ ਚੀਜ਼ ਤੇ ਜਿਹੜੀ ਕਿ ਤੁਹਾਡੇ ਔਰ ਪਰਮੇਸ਼ਰ ਦੇ ਵਿੱਚ ਆ ਰਹੀ ਆ, ਤੁਸੀਂ ਜ਼ਿਆਦਾ ਧਿਆਨ ਲਾਓਗੇ, ਤਾਂ ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ। ਤੇਰੇ ਵਿੱਚ ਔਰ ਮੇਰੇ ਵਿੱਚ ਕੋਈ ਦੂਸਰਾ ਦੇਵਤਾ ਨਹੀਂ ਹੋਣਾ ਚਾਹੀਦਾ। ਸਾਡੀਆਂ ਖਵਾਇਸ਼ਾਂ ਕਈ ਵਾਰ ਸਾਡੇ ਲਈ ਦੇਵਤੇ ਬਣ ਜਾਂਦੇ ਨੇ, ਸਾਡਾ ਬਿਜ਼ਨਸ ਸਾਡੇ ਲਈ ਦੇਵਤੇ ਬਣ ਜਾਂਦੇ ਨੇ, ਸਾਡਾ ਧਨ ਦੌਲਤ ਸਾਡੇ ਲਈ ਦੇਵਤੇ ਬਣ ਜਾਂਦੇ ਨੇ, ਸਾਡੀਆਂ ਕੁਝ ਨਿੱਕੀਆਂ ਨਿੱਕੀਆਂ ਆਦਤਾਂ, ਸਾਡੀਆਂ ਕੁਝ ਚਾਹ, ਸਾਡੇ ਕੁਝ ਫੇਵਰੇਟ ਚੀਜ਼ਾਂ ਸਾਡੀਆਂ ਕੀ ਬਣ ਜਾਂਦੀਆਂ ਨੇ? ਮੇਰੇ ਪਿਆਰਿਓ, ਕੀ ਤੁਹਾਡੇ ਕੋਲ ਦੇਵਤੇ ਬਣੇ ਨੇ? ਇਹਦੀ ਜਾਇਦਾਦ, ਇਹਦਾ ਮਾਲ ਧਨ ਇਹਦੇ ਵਾਸਤੇ ਕੀ ਬਣ ਗਿਆ ਸੀ? ਸਭ ਕੁਝ ਕਰ ਰਿਹਾ ਸੀ, ਸਹੀ ਸਮੇਂ ਤੇ ਆ ਗਿਆ, ਸਭ ਕੁਝ ਕਰ ਲਿਆ, ਬਚਪਨ ਤੋਂ ਹੀ ਸਾਰੇ ਹੁਕਮ ਕੀ ਕਰ ਰਿਹਾ ਆ, ਪਰ ਧਿਆਨ ਜ਼ਿਆਦਾ ਕਿੱਧਰ ਆ? ਪਰਮੇਸ਼ਰ ਦੀ ਦਿੱਤੀਆਂ ਆਸ਼ੀਸ਼ਾਂ ਵੱਲ। ਇਸ ਕਰਕੇ ਪਰਮੇਸ਼ਰ ਨੇ ਕਿਹਾ, ਹੁਣ ਤੂੰ ਆਪਣਾ ਧਿਆਨ ਵੀ ਕਿੱਧਰ ਲਾ ਲਾ, ਕਿਉਂਕਿ ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ। ਇਸ ਕਰਕੇ ਪਰਮੇਸ਼ਰ, ਦੁਬਾਰਾ ਪੜ੍ਹੀਏ ਇਹ ਆਇਤ ਨੂੰ, ਫਿਰ ਵੀ ਤੇਰੇ ਵਿੱਚ ਉਹ ਘਾਟਾ। ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਅਤੇ ਉਹਨੂੰ ਆਖਿਆ, ਹਾਂ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾ ਅਤੇ ਜੋ ਕੁਝ ਤੇਰਾ ਹੈ, ਜਾ ਜੋ ਕੁਝ ਤੇਰਾ ਆ ਨਾ, ਵੇਚ ਅਤੇ ਕੰਗਾਲਾਂ ਨੂੰ ਦੇ, ਵੇਚ ਕੇ ਕੰਗਾਲਾਂ ਨੂੰ ਦੇ ਦੇ। ਹਾਂ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ। ਤਾਂ ਤੈਨੂੰ ਸਵਰਗ 'ਚ ਕੀ ਮਿਲੇਗਾ? ਧਨ ਮਿਲੇਗਾ। ਇਹ ਕੀ ਚਾਹੁੰਦਾ ਸੀ? ਸਵਰਗ ਹੀ ਚਾਹੁੰਦਾ ਸੀ ਨਾ। ਤੋ ਪਰਮੇਸ਼ਰ ਪ੍ਰਭੂ ਕੀ ਕਹਿ ਰਹੇ ਇਹਨੂੰ ਕਿ ਤੇਰਾ ਧਿਆਨ ਹੁਣ ਕਿੱਥੇ ਲਗਾਉਣਾ ਚਾਹੀਦਾ? ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ ਮਨ ਵੀ। ਹੁਣ ਤੇਰਾ ਧਨ ਇਸ ਧਰਤੀ ਤੇ ਆ, ਇਸ ਕਰਕੇ ਤੇਰਾ ਮਨ ਕਿੱਥੇ ਲੱਗ ਰਿਹਾ ਆ? ਇਸ ਧਰਤੀ ਤੇ, ਇਸ ਧਰਤੀ ਦੀਆਂ ਚੀਜ਼ਾਂ ਤੇ। ਇਸ ਕਰਕੇ ਤੇਰਾ ਧਨ ਕਿੱਥੇ ਹੋਣਾ ਚਾਹੀਦਾ? ਸਵਰਗ ਵੱਲ ਧਿਆਨ ਕਰ, ਸਵਰਗ ਵੱਲ ਧਿਆਨ ਕਰ। ਤੇਰਾ ਪੂਰਾ ਧਿਆਨ ਕਿਹਦੇ ਤੇ ਕੇਂਦਰਿਤ ਹੋਣਾ ਚਾਹੀਦਾ ਆ? ਸਵਰਗ ਤੇ। ਇਸ ਕਰਕੇ ਮੇਰੇ ਪਿਆਰਿਓ, ਸਾਡੇ ਜੀਵਨਾਂ ਦੇ ਵਿੱਚ ਵੀ ਜੇਕਰ ਤੁਸੀਂ ਅਨੰਤ ਜੀਵਨ ਪਾਉਣਾ ਚਾਹੁੰਦੇ ਹੋ ਤੇ ਸਾਡੇ ਜੀਵਨਾਂ ਦੇ ਵਿੱਚ ਵੀ ਕੁਝ ਐਸੀਆਂ ਗੱਲਾਂ ਨੇ
ਬੇਸ਼ੱਕ ਤੁਸੀਂ ਸਹੀ ਮਸੀਹੀ ਹੋ, ਬੇਸ਼ੱਕ ਤੁਸੀਂ ਸੱਚੇ ਮਸੀਹੀ ਹੋ, ਬੜੇ ਅੱਛੇ ਤਰੀਕੇ ਨਾਲ ਚੱਲ ਰਹੇ ਹੋ, ਬਚਪਨ ਤੋਂ ਹੀ ਉਹਦੀਆਂ ਸਾਰਿਆਂ ਹੁਕਮਾਂ ਦੀ ਕੀ ਕਰ ਰਹੇ ਹੋ, ਪਰ ਤਾਂ ਵੀ ਕੁਝ ਗੱਲਾਂ ਐਸੀਆਂ ਜੀਵਨ 'ਚ ਆ ਗਈਆਂ ਨੇ ਜਿਹੜੀਆਂ ਤੁਹਾਡੇ ਔਰ ਪਰਮੇਸ਼ਰ ਦੇ ਦਰਮਿਆਨ ਇੱਕ ਦੂਸਰੇ ਦੇਵਤੇ ਦਾ ਰੂਪ ਧਾਰਨ ਕਰ ਲਿਆ ਉਹਨੇ। ਤੁਹਾਡੀਆਂ ਕੁਝ ਆਦਤਾਂ ਦੂਸਰਾ ਦੇਵਤਾ ਬਣ ਗਈਆਂ ਨੇ, ਤੁਹਾਡੀਆਂ ਕੁਝ ਗੱਲਾਂ ਦੂਸਰਾ ਦੇਵਤਾ ਬਣ ਗਈਆਂ ਨੇ, ਤੁਹਾਡੀਆਂ ਕੁਝ ਹੋਰ ਚੀਜ਼ਾਂ, ਤੁਹਾਡੀਆਂ ਖੁਆਇਸ਼ਾਂ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਬੱਚੇ, ਤੁਹਾਡਾ ਕਾਰੋਬਾਰ, ਤੁਹਾਡਾ ਕੰਮ, ਤੁਹਾਡੀਆਂ ਕਈ ਐਸੀਆਂ ਗੱਲਾਂ ਨੇ ਜਿਨ੍ਹਾਂ ਨੇ ਦੇਵਤਿਆਂ ਦਾ ਰੂਪ ਕੀ ਕਰ ਚੁਕਾਇਆ, ਪਰਮੇਸ਼ਰ ਦੀ ਨਜ਼ਰਾਂ 'ਚੋਂ ਦੇਵਤੇ ਨੇ। ਪਰਮੇਸ਼ਰ ਕਹਿੰਦਾ ਇਹਨਾਂ ਦੇਵਤਿਆਂ ਤੋਂ ਆਪਣਾ ਧਿਆਨ ਕੀ ਕਰ ਲੈ, ਤੇਰੇ ਔਰ ਮੇਰੇ ਦਰਮਿਆਨ ਹੋਰ ਕੋਈ ਵੀ ਹੋਣਾ ਨਹੀਂ ਚਾਹੀਦਾ। ਇਸ ਕਰਕੇ ਅੱਜ ਆਪਣੇ ਜੀਵਨਾਂ ਨੂੰ ਜਾਂਚ ਲਿਓ। ਹੁਣ ਸਾਡੇ ਜੀਵਨਾਂ 'ਚ ਕਿਸ ਗੱਲ ਦਾ ਘਾਟਾ ਰਹਿ ਗਿਆ ਆ? ਲਿਖਿਆ ਜਦੋਂ ਉਹਨੇ ਇਹ ਗੱਲ ਸੁਣੀ ਆ ਤੇ ਕੀ ਕਹਿੰਦਾ ਜੀ, ਉਹ ਪੜ੍ਹੀਏ। ਪਰ ਉਹ ਇਸ ਗੱਲੋਂ ਭੈੜਾ ਪਿਆ। ਉਹ ਇਸ ਗੱਲੋਂ ਲਿਖਿਆ, ਹਿੰਦੀ 'ਚ ਪੜੋ ਲਫ਼ਜ਼ ਕੀ ਹੈ? इस बात से उसके चेहरे पर उदासी हाँ, इस गल्लों ਉਹ ਉਦਾਸ ਹੋ ਗਿਆ। हाँ, ਅਤੇ ਉਦਾਸ ਹੋ ਕੇ ਚਲਿਆ ਗਿਆ। ਉਦਾਸ ਹੋ ਕੇ ਕੀ ਕੀਤਾ? ਉਹ ਚਲਿਆ ਗਿਆ। ਉਦਾਸ ਕਿਉਂ ਹੋਇਆ? ਯਿਸੂ ਮਸੀਹ ਦਾ ਉਹਨੇ ਇਨਕਾਰ ਕੀਤਾ। ਇੱਥੇ ਉਹਨੇ ਇਨਕਾਰ ਕਰਤਾ ਯਿਸੂ ਮਸੀਹ ਦਾ ਕਿ ਪ੍ਰਭੂ ਜੋ ਤੂੰ ਕਹਿ ਰਿਹਾ ਮੈਂ ਨਹੀਂ ਕਰ ਸਕਦਾ, ਪਰ ਉਦਾਸ ਹੋਇਆ। ਉਹਦਾ ਮਨ ਯਿਸੂ ਮਸੀਹ ਦੀ ਗੱਲ ਮੰਨਣ ਦੇ ਲਈ ਸੀ। ਪ੍ਰਭੂ ਦੀ ਗੱਲ ਨਾ ਮੰਨਣ ਦੇ ਕਾਰਨ, ਪ੍ਰਭੂ ਦੀ ਇੱਛਾ ਨਾ ਪੂਰੀ ਕਰਨ ਦੇ ਕਾਰਨ ਉਹ ਉਦਾਸ ਆ। ਉਹਨੇ ਮਜ਼ਾਕੀਆ ਢੰਗ ਦੇ ਨਾਲ ਪਰਮੇਸ਼ਰ ਦਾ ਇਨਕਾਰ ਨਹੀਂ ਕੀਤਾ, ਉਦਾਸ ਹੋ ਕੇ, ਪਰੇਸ਼ਾਨ ਹੋ ਕੇ ਗਿਆ ਆ। ਕਿਉਂ ਪਰੇਸ਼ਾਨ ਹੋ ਗਿਆ? ਕਿਉਂਕਿ ਫੈਸਲਾ ਨਹੀਂ ਕਰ ਪਾਇਆ। ਪਿਛਲੀ ਵਾਰ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਸੁਣ ਰਹੇ ਸੀ, ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਸੀ? ਸਾਨੂੰ ਫੈਸਲਾ ਕਰਨਾ ਪੈਣਾ ਆ। ਸਾਨੂੰ ਦੋ ਮਾਰਗਾਂ ਚੋਂ ਇੱਕ ਮਾਰਗ ਚੁਣਨਾ ਪੈਣਾ ਆ। ਚੌੜਾ ਮਾਰਗ ਚੁਣਨਾ ਜਾਂ ਤੰਗ ਮਾਰਗ ਚੁਣਨਾ, ਯਿਸੂ ਮਸੀਹ ਨੂੰ ਚੁਣਨਾ ਜਾਂ ਧਨ ਦੌਲਤ ਆਪਣੀ ਖਵਾਇਸ਼ਾਂ ਨੂੰ ਚੁਣਨਾ, ਸਵਰਗ ਨੂੰ ਚੁਣਨਾ ਜਾਂ ਨਰਕ ਨੂੰ ਚੁਣਨਾ। ਇਸ ਜਗ੍ਹਾ ਤੇ ਵੀ ਪਰਮੇਸ਼ਰ ਨੇ ਇਹਦਾ ਚੁਣਾਵ ਇਹਨੂੰ ਦੱਸ ਦਿੱਤਾ। ਮੇਰੇ ਪਿਆਰਿਓ, ਹਰ ਸਮੇਂ, ਹਰ ਰੋਜ਼, ਹਰ ਵਾਰ ਜਦੋਂ ਤੁਸੀਂ ਪਰਮੇਸ਼ਰ ਦੇ ਵਚਨਾਂ ਦੇ ਸਾਹਮਣੇ ਆਉਂਦੇ ਹੋ, ਪਰਮੇਸ਼ਰ ਤੁਹਾਨੂੰ ਕੁਝ ਫੈਸਲਾ ਕਰਨ ਲਈ ਕਹਿੰਦਾ ਆ। ਇਹ ਵਚਨ ਤੁਹਾਨੂੰ ਫੈਸਲੇ ਲੈਣ ਲਈ ਕਹਿੰਦਾ ਕਿ ਤੁਸੀਂ ਫੈਸਲਾ ਲੈ ਸਕਦੇ ਹੋ। ਜੇਕਰ ਤੁਸੀਂ ਫੈਸਲੇ ਕਰ ਸਕਦੇ ਹੋ, ਵਚਨ ਦੇ ਹੱਕ 'ਚ ਤੁਸੀਂ ਜਾ ਕੇ ਆਪਣੇ ਫੈਸਲੇ ਲੈ ਸਕਦੇ ਹੋ, ਤੇ ਸਵਰਗ ਦਾ ਰਾਜ ਤੁਹਾਡਾ ਹੀ ਆ। ਤੁਹਾਨੂੰ ਉਸ ਅਨੰਤ ਜੀਵਨ ਤੋਂ ਕੋਈ ਰੋਕ ਨਹੀਂ ਸਕਦਾ। ਇਹਨੂੰ ਵੀ ਸੱਚਾਈ ਦੱਸ ਦਿੱਤੀ ਗਈ। ਆਪਣਾ ਸਭ ਕੁਝ ਵੇਚ ਤੇ ਮੇਰੇ ਪਿੱਛੇ ਕੀ ਕਰ, ਤੇ ਸਵਰਗ ਦਾ ਰਾਜ ਕੀ ਆ? ਤੇਰਾ ਹੀ ਆ। ਤੋ ਕੀ ਕਹਿੰਦਾ? ਲਿਖਿਆ ਉਹ ਇਸ ਗੱਲੋਂ ਉਦਾਸ ਹੋ ਕੇ, ਪੰਜਾਬੀ 'ਚ ਲਿਖਿਆ ਭੈੜਾ ਪਿਆ, ਔਰ ਵਾਪਸ ਉਦਾਸ ਹੋ ਕੇ ਆਪਣੇ ਉਸੇ ਮਾਰਗ ਤੇ ਕੀ ਹੋ ਗਿਆ? ਹੁਕਮਾਂ ਨੂੰ ਮੰਨਦਾ ਹੋਇਆ ਵੀ, ਸਭ ਕੁਝ ਕਰਦਾ ਹੋਇਆ ਵੀ, ਸਹੀ ਸਮੇਂ ਸਹੀ ਸਥਾਨ ਤੇ ਆ ਕੇ ਵੀ ਕੁਝ ਦੇਵਤੇ ਸੀ, ਕੁਝ ਗੱਲਾਂ ਸੀ ਜਿਹੜੀਆਂ ਦੇਵਤੇ ਬਣ ਗਈਆਂ ਸੀ, ਉਹਦੇ ਤੇ ਪਰਮੇਸ਼ਰ ਦੇ ਵਿਚਕਾਰ ਆ ਰਹੀਆਂ ਸੀ। ਕੀ? ਹਾਂ, ਕੁਝ ਆ ਰਹੀਆਂ ਸੀ ਗੱਲਾਂ, ਕਿਉਂਕਿ ਉਹ ਵੱਡਾ ਮਾਲਦਾਰ ਸੀ। ਉਹਦਾ ਸਾਰਾ ਧਿਆਨ ਕਿਹਦੇ ਤੇ ਸੀ? ਆਪਣੇ ਮਾਲਦਾਨ ਤੇ। ਪਰ ਅੱਜ ਸਾਡਾ ਸਾਰਾ ਧਿਆਨ ਕਿਹਦੇ ਤੇ? ਲਿਖਿਆ ਹਰ ਸਮੇਂ ਆਪਣੇ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਨੂੰ ਕੀ ਕਰਦੇ ਰਹੋ। ਸਾਡਾ ਧਿਆਨ ਸਿਰਫ ਕਿਹਦੇ ਤੇ ਲੱਗਾ ਰਹੇ? ਆਪਣੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਤੇ। ਤਾਂ ਅੱਜ ਤੁਸੀਂ ਆਪਣੇ ਆਪ ਕੋਲੋਂ ਸਵਾਲ ਪੁੱਛ ਸਕਦੇ ਹੋ, ਹੁਣ ਮੇਰੇ ਵਿੱਚ ਕਿਸ ਗੱਲ ਦਾ ਘਾਟਾ? ਕੀ ਮੇਰੇ ਅੰਦਰ ਵਿਸ਼ਵਾਸ ਦਾ ਘਾਟਾ? ਕੀ ਮੇਰੇ ਅੰਦਰ ਤੋਬਾ ਦਾ ਘਾਟਾ? ਕਿ ਮੇਰੇ ਅੰਦਰ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣ ਦਾ ਘਾਟਾ? ਔਰ ਸਭ ਤੋਂ ਵੱਡਾ ਘਾਟਾ ਕੀ ਆ? ਕਿ ਮੈਂ ਪਰਮੇਸ਼ਰ ਦੇ ਵਚਨਾਂ ਨੂੰ ਸੁਣ ਕੇ ਚੋਣ ਕਰ ਰਿਹਾ, ਮੈਂ ਚੁਣ ਰਿਹਾ। ਪਰਮੇਸ਼ਰ ਮੈਨੂੰ ਚੁਣਨ ਲਈ ਕਹਿੰਦਾ, ਸਵਰਗ ਚਾਹੀਦਾ ਜਾਂ ਨਰਕ ਚਾਹੀਦਾ? ਤੂੰ ਸਭ ਕੁਝ ਕਰ ਰਿਹਾ। ਇਹਨੂੰ ਇੱਕ ਫੈਸਲਾ ਪ੍ਰਭੂ ਯਿਸੂ ਮਸੀਹ ਨੇ ਆਪਣਾ ਫੈਸਲਾ ਸੁਣਾ ਦਿੱਤਾ, ਪਰ ਉਸ ਫੈਸਲੇ ਨੂੰ ਇਹ ਖੁਸ਼ੀ ਨਾਲ ਨਹੀਂ ਇਨਕਾਰ ਕੀਤਾ, ਮਜ਼ਾਕੀਆ ਢੰਗ ਨਾਲ ਨਹੀਂ ਇਨਕਾਰ ਕੀਤਾ, ਬਲਕਿ ਉਦਾਸ ਹੋ ਕੇ ਇਨਕਾਰ ਕਰਕੇ ਚਲਾ ਗਿਆ। ਔਰ ਮੈਂ ਜਾਣਦਾ ਮਰਦੇ ਦਮ ਤੱਕ ਇਹਨੂੰ ਇਸ ਗੱਲ ਦਾ ਮਲਾਲ ਰਿਹਾ ਹੋਏਗਾ। ਮੈਨੂੰ ਸਵਰਗ ਦੇ ਪਰਮੇਸ਼ਰ ਨੇ ਖੁਦ ਆ ਕੇ ਕਿਹਾ ਸੀ, ਮੈਨੂੰ ਪਿਆਰ ਕੀਤਾ ਸੀ, ਮੇਰੀਆਂ ਅਸ਼ਾਈਆਂ ਨੂੰ ਵੇਖ ਕੇ ਉਹਨੇ ਮੇਰੇ ਨਾਲ ਪਿਆਰ ਕੀਤਾ, ਮੈਨੂੰ ਲਾਡ ਕੀਤਾ, ਔਰ ਮੈਨੂੰ ਇੱਕ ਚੇਤਾਵਨੀ ਵੀ ਦਿੱਤੀ ਸੀ, ਮੈਨੂੰ ਫੈਸਲਾ ਲੈਣ ਲਈ ਕਿਹਾ ਸੀ, ਪਰ ਮੈਂ ਕੀ ਨਹੀਂ ਕਰ ਪਾਇਆ।
ਮੇਰੇ ਪਿਆਰਿਓ, ਅੱਜ ਵੀ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਤੁਹਾਡੇ ਨਾਲ ਬੋਲ ਰਿਹਾ, ਤੁਹਾਡੇ ਨਾਲ ਪਿਆਰ ਦੇ ਨਾਲ, ਤੁਹਾਡੇ ਸਿਰਾਂ ਤੇ ਹੱਥ ਫੇਰ ਕੇ ਤੁਹਾਨੂੰ ਦੁਲਾਰ ਦੇ ਨਾਲ ਕਹਿ ਰਿਹਾ, ਤੁਹਾਡੇ ਜੀਵਨ 'ਚ ਜੋ ਘਾਟੇ ਨੇ ਨਾ, ਉਹਨਾਂ ਘਾਟਿਆਂ ਨੂੰ ਕੀ ਕਰ ਲਓ। ਉਹ ਘਾਟੇ ਕੀ ਨੇ? ਅਸੀਂ ਪ੍ਰਭੂ ਯਿਸੂ ਮਸੀਹ ਤੋਂ ਵੱਧ ਆਪਣੇ ਬੱਚਿਆਂ ਤੇ ਧਿਆਨ ਲਾਉਂਦੇ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਤੋਂ ਵੱਧ ਆਪਣੇ ਕਾਰੋਬਾਰ ਤੇ ਧਿਆਨ ਲਾਉਂਦੇ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਤੋਂ ਵੱਧ ਆਪਣੀਆਂ ਆਦਤਾਂ ਤੇ ਧਿਆਨ ਲਾਉਂਦੇ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਤੋਂ ਵੱਧ ਆਪਣੀਆਂ ਹੋਰ ਕਈ ਗੱਲਾਂ ਤੇ ਧਿਆਨ ਲਾਉਂਦੇ ਹਾਂ, ਜਿਹੜੀਆਂ ਕਿ ਯਿਸੂ ਮਸੀਹ ਦੀਆਂ ਨਜ਼ਰਾਂ ਦੇ ਵਿੱਚ, ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਦੂਸਰੇ ਦੇਵਤੇ ਸਾਬਤ ਹੋ ਚੁੱਕੇ ਨੇ। ਕਿ ਅੱਜ ਤੁਸੀਂ ਇਸ ਨੌਜਵਾਨ ਵਾਂਗੂ ਇਹਨਾਂ ਵਚਨਾਂ ਦੇ ਜਾਂ ਇਸ ਪਰਮੇਸ਼ਰ ਦੀ ਹਜ਼ੂਰੀ ਚੋਂ ਉਦਾਸ ਹੋ ਕੇ ਉੱਠੋਗੇ, ਕਿ ਜਾਂ ਆਪਣੀ ਗਲਤੀ ਨੂੰ ਮੰਨ ਕੇ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਪੱਖ ਦੇ ਵਿੱਚ ਹਾਂ ਕਹਿੰਦੇ ਹੋਏ, ਪਰਮੇਸ਼ਰ ਦੇ ਵਚਨ ਨੂੰ ਮੰਨਦੇ ਹੋਏ, ਉਸ ਵਚਨ ਦਾ ਇਕਰਾਰ ਕਰਦੇ ਹੋਏ, ਔਰ ਉਸ ਜੋ ਪਰਮੇਸ਼ਰ ਦੇ ਵਚਨ ਨੇ ਕਿਹਾ ਉਸ ਉਹਨੂੰ ਚੁਣਦੇ ਹੋਏ ਖੁਸ਼ੀ ਦੇ ਨਾਲ ਜਾਓਗੇ। ਉਦਾਸ ਹੋ ਕੇ ਜਾਣਾ ਜਾਂ ਖੁਸ਼ੀ ਦੇ ਨਾਲ ਜਾਣਾ, ਇਹ ਤੁਹਾਡੇ ਉੱਤੇ ਡਿਪੈਂਡ ਹੈ, ਤੁਸੀਂ ਕੀ ਚੁਣਦੇ ਹੋ। ਪਰਮੇਸ਼ਰ ਦਾ ਵਚਨ ਜੋ ਕਹਿੰਦਾ ਆ ਉਹਨੂੰ ਮੰਨਣ ਦੀ ਹਿੰਮਤ ਵੀ ਹੋਣੀ ਚਾਹੀਦੀ ਆ। ਸਾਨੂੰ ਸੁਣਨਾ ਪਸੰਦ ਲੱਗਦਾ, ਸਾਨੂੰ ਸੁਣਾਉਣਾ ਵੀ ਪਸੰਦ ਆਉਂਦਾ ਆ, ਪਰ ਸਾਨੂੰ ਉਹਦੇ ਤੇ ਚੱਲਣਾ ਕੀ ਨਹੀਂ ਜਾਂਦਾ। ਪਰਮੇਸ਼ਰ ਦਾ ਵਚਨ ਹਰ ਵਾਰ ਤੁਹਾਨੂੰ ਇੱਕ ਚੈਲੰਜ ਦਿੰਦਾ ਆ ਕਿ ਤੂੰ ਇਸ ਕਮੀ ਨੂੰ, ਆਪਣੀ ਇਸ ਗਲਤੀ ਨੂੰ, ਆਪਣੀ ਇਸ ਘਟੀ ਨੂੰ ਆਪਣੇ ਜੀਵਨ ਚੋਂ ਕੱਢਣ ਲਈ ਤਿਆਰ ਹੈ। ਜੇ ਤੂੰ ਨਿਰਣਾ ਲੈਣ ਲਈ ਤਿਆਰ ਨਹੀਂ ਨਾ, ਹਮੇਸ਼ਾ ਤੂੰ ਉਦਾਸ ਰਹੇਗਾ। ਜੇ ਤੂੰ ਨਿਰਣਾ ਲੈ ਲਿਆ, ਤੂੰ ਫੈਸਲਾ ਲੈ ਲਿਆ, ਫਿਰ ਦੇਖੀ ਤੇਰੇ ਅੰਦਰ ਅਨੰਤ ਖੁਸ਼ੀ ਆਵੇਗੀ। ਪਰਮੇਸ਼ਰ ਤੈਨੂੰ ਤੇਰੀ ਆਤਮਾ ਦੇ ਵਿੱਚ ਖੁਸ਼ੀ ਦੇਗਾ, ਕਿਉਂਕਿ ਤੂੰ ਪਰਮੇਸ਼ਰ ਦੀ ਗੱਲ ਮੰਨ ਕੇ ਆਪਣੇ ਪਸੰਦ ਆਉਣ ਵਾਲੀਆਂ ਚੀਜ਼ਾਂ ਜਾਂ ਆਪਣੇ ਮਨ ਪਾਉਣ ਵਾਲੀਆਂ ਚੀਜ਼ਾਂ ਨੂੰ ਇਨਕਾਰ ਕੀਤਾ ਆ। ਹਾਲੇਲੂਇਆ। तो ਅੱਜ ਜਾਂਚ ਲਈਏ ਕਿ ਕਿਸ ਗੱਲ ਦਾ ਘਾਟਾ ਆ। ਪਰਮੇਸ਼ਰ ਦਾ ਵਚਨ ਉਹਨਾਂ ਘਾਟਿਆਂ ਨੂੰ ਬਾਹਰ ਕੱਢਣ ਲਈ ਕਹਿੰਦਾ। ਇਹ ਨੌਜਵਾਨ ਦੀ ਤਰ੍ਹਾਂ ਸਹੀ ਹੋ ਕੇ ਵੀ ਕਿਤੇ ਅਸੀਂ ਗਲਤ ਨਾ ਸਾਬਤ ਹੋ ਜਾਈਏ। ਇਹ ਲਗਭਗ ਸਹੀ ਸੀ, ਕੁਝ ਗੱਲ ਸੀ, ਇੱਕ ਛੋਟੀ ਗੱਲ ਸੀ, ਉਹਨੂੰ ਇਹ ਕੀ ਨਹੀਂ ਕਰ ਪਾਇਆ, ਦੂਰ ਨਹੀਂ ਕਰ ਪਾਇਆ। ਇਸ ਕਾਰਨ ਉਦਾਸ ਹੋ ਕੇ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਕੀ ਹੋ ਗਿਆ, ਵਾਪਸ ਚਲਾ ਗਿਆ। ਪਰ ਮੇਰੇ ਪਿਆਰਿਓ, ਪ੍ਰਭੂ ਯਿਸੂ ਮਸੀਹ ਦੇ ਕੋਲ ਆ ਕੇ ਜਾਣਾ ਉਦਾਸ ਹੋਣ ਦਾ ਸਥਾਨ ਨਹੀਂ ਆ। ਜਿੰਨੇ ਵੀ ਯਿਸੂ ਮਸੀਹ ਦੇ ਕੋਲ ਆਏ ਨੇ, ਸਭ ਆਤਮਾ ਦੇ ਵਿੱਚ ਖੁਸ਼ ਤੇ ਆਨੰਦ ਹੋ ਕੇ ਜਾਂਦੇ ਨੇ। ਜੇਕਰ ਤੁਸੀਂ ਉਦਾਸ ਹੋ ਕੇ ਜਾ ਰਹੇ ਹੋ, ਇਹਦਾ ਮਤਲਬ ਤੁਸੀਂ ਕੁਝ ਗੱਲ ਨਹੀਂ ਮੰਨੀ, ਤੁਹਾਡੀ ਆਪਣੀ ਗਲਤੀ ਆ, ਤੁਹਾਡਾ ਕੋਈ ਆਪਣਾ ਕਸੂਰ ਹੈ ਇਹਦੇ ਵਿੱਚ। ਤਾਂ ਆਈਏ ਆਪਣੇ ਆਪ ਨੂੰ ਇਹਨਾਂ ਵਚਨਾਂ ਦੇ ਆਧਾਰ ਤੇ ਜਾਂਚਦੇ ਹੋਏ ਪ੍ਰਾਰਥਨਾ ਕਰੀਏ। ਆਪਣੇ ਆਪ ਤੋਂ ਸਵਾਲ ਪੁੱਛੀਏ ਕਿ ਮੈਂ ਪਰਮੇਸ਼ਰ ਦੇ ਦੱਸੇ ਵਚਨਾਂ ਦੇ ਅਨੁਸਾਰ ਫੈਸਲਾ ਕਰਨ ਲਈ ਤਿਆਰ ਹਾਂ। ਕਿ ਮੈਂ ਆਪਣੇ ਜੀਵਨ 'ਚ ਜੋ ਘਾਟੇ ਪਰਮੇਸ਼ਰ ਦਾ ਵਚਨ ਹਰ ਰੋਜ਼ ਮੈਨੂੰ ਦੱਸਦਾ, ਉਹਨਾਂ ਘਾਟਿਆਂ ਨੂੰ ਪੂਰਾ ਕਰਨ ਲਈ ਤਿਆਰ ਹਾਂ ਪਿਤਾ। ਪ੍ਰਾਰਥਨਾ ਕਰੀਏ ਥੋੜੀ ਦੇਰ। ਹਾਲੇਲੂਇਆ। ਧੰਨਵਾਦ 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 ਧੰਨਵਾਦ। ਹਾਲੇਲੂਇਆ ਹਾਲੇਲੂਇਆ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਤੇਰੇ ਬੱਚਿਆਂ ਨੇ ਤੇਰੀ ਜਿੰਦੀ ਬਾਣੀ ਨੂੰ ਸੁਣਿਆ ਹੈ ਔਰ ਆਪਣੇ ਵਚਨਾਂ ਦੁਆਰਾ ਤੂੰ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਪਿਤਾ। ਆਪਣੇ ਇਹਨਾਂ ਬੱਚਿਆਂ ਨੂੰ ਆਪਣੇ ਆਪ ਨੂੰ ਜਾਂਚਣ ਦੇ ਲਈ ਮਦਦ ਕਰ, ਔਰ ਜੋ ਤੂੰ ਇਹਨਾਂ ਨੂੰ ਕਹਿਣਾ, ਜੋ ਜਿਸ ਵੀ ਇਹਨਾਂ ਦੀ ਗਲਤੀ ਤੇ ਤੂੰ ਉਂਗਲ ਰੱਖਦਾ ਪਿਤਾ, ਉਸ ਗਲਤੀ ਨੂੰ ਆਪਣੇ ਵਿੱਚੋਂ ਦੂਰ ਕਰਨ ਦੀ ਪਿਤਾ ਤੂੰ ਇਹਨਾਂ ਨੂੰ ਬਲ ਵੀ ਦੇ। ਇਹ ਤੇਰੀ ਆਗਿਆ ਨੂੰ ਮੰਨਣ ਪਿਤਾ। ਹਾਲੇਲੂਇਆ ਹਾਲੇਲੂਇਆ। ਤਾਂ ਆਈਏ ਆਖਰ ਦੇ ਵਿੱਚ ਗੀਤ ਗਾਵਾਂਗੇ ਅਸੀਂ। ਹਾਲੇਲੂਇਆ ਹਾਲੇਲੂਇਆ। गीत की किताब विचों गीत नंबर 145। होके कुर्बान हर गुनाहों से तूने मुझको है बचाया। होके कुर्बान हर गुनाहों से तूने मुझको है बचाया। होके कुर्बान हर गुनाहों से तूने मुझको हर खुशी मिली तुझे में मसीह। हर खुशी मिली तुझे में मसीह। जग से दिल में तू है आया। होके कुर्बान हर गुनाहों से
तेरे आने की राह तके जिंदगी मेरी मेरे खुदा, तेरे आने की राह तके जल्दी आना इसमें प्रभु, जल्दी आना इसमें प्रभु। जिस घर को तू बनाया होके कुर्बान हर गुनाहों से, तूने मुझको हर खुशी मिली तुझ में मसीह, हर खुशी मिली तुझ में मसीह। जब से दिल में तू है आया, इस जहां की घर दौलत लगती नहीं प्यारी मुझे, इस जहां की घर दौलत लगती नहीं जब से प्यारा प्यारा तेरा नाम, सबसे प्यारा प्यारा तेरा नाम मेरे होठों पे है आया होके कुर्बान हर गुनाहों से, तूने मुझको है बचाया हर खुशी में सकेगा मुझे बढ़ने को तेरे करीब, क्या कोई रोक सकेगा मुझे बढ़ने को तेरे करीब। जब भी चलती आंधी तूफान, जब भी चलती आंधी तूफान, तब तू करता अपना साया होके कुर्बान हर गुनाहों से, तूने मुझको है बचाया हर खुशी मिली तुझने मसीह, हर खुशी मिली तुझने मसीह। जब से दिल घर दौलत लगती नहीं प्यारी मुझे, जहां की घर दौलत लगती नहीं प्यारी मुझे। जब से प्यारा प्यारा तेरा नाम, जब से प्यारा प्यारा तेरा नाम मेरे होठों पे है आया होके कुर्बान हर गुनाहों से, तूने मुझको है बचाया हर खुशी मिली तुझे में मसीह, हर खुशी तुझे में मसीह। जब से दिल तो आइए अपने सिरां ਨੂੰ ਝੁਕਾਵਾਂਗੇ, ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਦਿਆਲੂ ਪਿਤਾ, ਅਸੀਂ ਤੁਹਾਡੇ ਧੰਨਵਾਦੀ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਇੱਕ ਵਾਰੀ ਫੇਰ ਤੂੰ ਆਪਣੇ ਕਦਮਾਂ ਦੇ ਵਿੱਚ ਸਾਨੂੰ ਇਕੱਠਿਆਂ ਕੀਤਾ। ਤੇਰਾ ਧੰਨਵਾਦ ਹੋ ਪਿਤਾ, ਤੇਰੀ ਸਤੁਤੀ ਕੀਤੀ, ਤੇਰੀ ਆਰਾਧਨਾ ਕੀਤੀ ਪਿਤਾ। ਸਭ ਤੈਨੂੰ ਤੇਰੇ ਤੀਸਰੇ ਸਵਰਜ ਕਬੂਲ ਹੋਣ। ਔਰ ਇਹਦੇ ਵਚਨ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਪਿਤਾ। ਇੱਕ ਵਾਰੀ ਫੇਰ ਤੁਸੀਂ ਸਾਡੇ ਇੱਕ ਇੱਕ ਨਾਲ ਬੋਲੇ ਔਰ ਗੱਲਬਾਤ ਕੀਤੀ ਪਿਤਾ। ਇਹਨਾਂ ਵਚਨਾਂ ਦੁਆਰਾ ਸਭ ਜਨ ਆਪਣੀ ਗਲਤੀ ਨੂੰ, ਆਪਣੀ ਕਮੀਆਂ ਨੂੰ ਜਾਂਚਣ ਦੇ ਯੋਗ ਹੋ ਜਾਣ ਔਰ ਉਹਨਾਂ ਕਮੀਆਂ ਤੇ ਫਤਹ ਪਾਉਣ ਦੇ ਯੋਗ ਵੀ ਹੋ ਜਾਣ ਪਿਤਾ।
तेरा वचन हर समय हर रोज हर समय ਜਦੋਂ ਵੀ ਅਸੀਂ ਤੇਰੇ ਸਾਹਮਣੇ ਝੁਕਦੇ ਹਾਂ ਸਾਡੀਆਂ ਗਲਤੀਆਂ ਨੂੰ ਸਾਨੂੰ ਦੱਸਦਾ ਹੈ ਪਿਤਾ, ਪਰ ਅਸੀਂ ਇਹਨਾਂ ਗਲਤੀਆਂ ਨੂੰ ਮੰਨ ਕੇ पिता अनंत जीवन और अनंत खुशी विच प्रवेश करिए। इस नौजवान की तरह हमेशा की उदासी विच ना चले जाइए पिता। मैं प्रार्थना करदा तेरी इस कलीसिया दी जो इस समय तेरे सामने सिर चुकाए बैठे ने, जो इस कमरे च बैठे, जो अपने घरां दे विच इस मोबाइल के द्वारा देख रहे हैं, जो बाद च सुनणगे पिता, सबना उपर तेरा वड्डा फजल, तेरी वड्डी कृपा बनी रहे। एक एक नूं संभाल, आत्मिक जीवन च इसे तरह अगवाई कर पिता। तेरे हत्थां सौंपदे हां, यीशु मसीह दे नाम च मंगदे हां, आमीन। तो सबना नूं जय मसीह दी सब तो पहला परमेश्वर का धन्नवाद इस सुंदर समय के लिए। और जेकर टाइम लगा तो असी वीरवार लाइव होवांगे, नहीं तो अगले एतवार फिर इस तरह ही 11 बजे परमेश्वर का वचन लैके सबने सामने हाजिर होवांगे। तद तक के लिए परमेश्वर तुहानूं सारिआं नूं संभाले मदद करे। सब नूं जय मसीह।